Hello everyone, I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਸਭ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੈ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਦੀ ਬੁੱਕ ਮਾਈ ਵਰਲਡ ਦਾ 22nd ਚੈਪਟਰ ਨੈਚੁਰਲ ਰਿਸੋਰਸਿਸ, ਜਿਹਦਾ ਮਤਲਬ ਹੈ ਕੁਦਰਤੀ ਸਾਧਨ। ਆਓ ਸ਼ੁਰੂ ਕਰੀਏ। Morning prayer was going on in the school. ਸਵੇਰ ਦੀ ਸਭਾ ਚੱਲ ਰਹੀ ਸੀ, ਪ੍ਰਾਰਥਨਾ ਚੱਲ ਰਹੀ ਸੀ ਸਕੂਲ ਵਿੱਚ। As usual, after singing national anthem and reading thought of the day, one of the students read news headlines. ਹਮੇਸ਼ਾ ਦੀ ਤਰ੍ਹਾਂ ਰਾਸ਼ਟਰੀ ਗੀਤ ਗਾਉਣ ਤੋਂ ਬਾਅਦ ਤੇ ਦਿਨ ਦਾ ਵਿਚਾਰ ਪੜ੍ਹਨ ਤੋਂ ਬਾਅਦ ਇੱਕ ਵਿਦਿਆਰਥੀ ਨੇ ਖਬਰਾਂ ਸੁਣਾਉਣੀਆਂ ਸ਼ੁਰੂ ਕਰਤੀਆਂ। ਖਬਰਾਂ ਦੀਆਂ ਸੁਰਖੀਆਂ। A news headline disturbed ਗੁਰਲੀਨ ਤੇ ਇੱਕ ਖਬਰ ਦੀ ਸੁਰਖੀ ਨੇ ਗੁਰਲੀਨ ਨੂੰ ਪਰੇਸ਼ਾਨ ਕਰ ਦਿੱਤਾ। It read as one wild leopard entered a village and attacked at 2 deer. People were very scared. They started keeping vigil. ਇੱਕ ਜੰਗਲੀ ਚੀਤਾ ਪਿੰਡ ਦੇ ਵਿੱਚ ਦਾਖਲ ਹੋ ਗਿਆ ਤੇ ਉਸਨੇ 2 ਹਿਰਨਾਂ ਉੱਤੇ ਹਮਲਾ ਕਰ ਦਿੱਤਾ। ਲੋਕ ਬਹੁਤ ਡਰ ਗਏ ਸਨ ਤੇ ਉਹ ਚੌਕੰਨੇ ਹੋ ਗਏ ਹੁਣ ਤੇ ਉਹਨਾਂ ਨੇ ਚੌਕਸੀ ਰੱਖਣਾ ਸ਼ੁਰੂ ਕਰਤਾ। After attending morning assembly, as the students reached their classes, Gurleen started talking to her friends about this news. ਸਵੇਰ ਦੀ ਅਸੈਂਬਲੀ ਸਭਾ ਤੋਂ ਬਾਅਦ ਜਿਵੇਂ ਹੀ ਵਿਦਿਆਰਥੀ ਆਪਣੀ ਜਮਾਤਾਂ ਵੱਲ ਤੁਰੇ ਤੇ ਉੱਥੇ ਪਹੁੰਚੇ, ਗੁਰਲੀਨ ਨੇ ਇਸ ਖਬਰ ਬਾਰੇ ਆਪਣੇ ਦੋਸਤਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। Not only Gurleen, but other students were also curious to know about this. ਨਾ ਕੇਵਲ ਗੁਰਲੀਨ, ਸਗੋਂ ਹੋਰ ਵਿਦਿਆਰਥੀ ਵੀ ਇਸ ਬਾਰੇ ਜਾਣਨ ਲਈ ਉਤਸੁਕ ਸਨ। As the teacher entered, she heard the murmuring of students. ਜਿਵੇਂ ਹੀ ਅਧਿਆਪਕ ਅੰਦਰ ਦਾਖਲ ਹੋਏ, ਉਹਨਾਂ ਨੇ ਵਿਦਿਆਰਥੀਆਂ ਨੂੰ ਹੌਲੀ-ਹੌਲੀ ਆਪਸ ਦੇ ਵਿੱਚ ਗੱਲ ਕਰਦਿਆਂ ਸੁਣਿਆ ਜਾਂ ਆਪਾਂ ਕਹਿ ਸਕਦੇ ਹਾਂ ਬੁੜ-ਬੁੜ ਕਰਦਿਆਂ ਸੁਣਿਆ। She asked about the topic of discussion. ਤੇ ਅਧਿਆਪਕ ਨੇ ਚਰਚਾ ਦੇ ਵਿਸ਼ੇ ਬਾਰੇ ਪੁੱਛਿਆ। Gurleen at once asked, Madam, why did this wild leopard enter the zoo and kill the deer? ਤੇ ਗੁਰਲੀਨ ਨੇ ਇੱਕਦਮ ਪੁੱਛਿਆ ਵੀ ਮੈਡਮ ਇਹ ਜੰਗਲੀ ਚੀਤਾ ਚਿੜੀਆ ਘਰ ਵਿੱਚ ਕਿਉਂ ਵੜਿਆ ਤੇ ਹਿਰਨਾਂ ਨੂੰ ਕਿਉਂ ਮਾਰ ਦਿੱਤਾ? Did it not get anything to eat in the jungle? ਕਿ ਇਸ ਨੂੰ ਖਾਣ ਲਈ ਕੁਝ ਵੀ ਨਹੀਂ ਮਿਲਿਆ ਜੰਗਲ ਦੇ ਵਿੱਚ? Teacher, yes, Gurleen, you are absolutely right. This is actually a very serious issue. We will definitely discuss it today. ਤੇ ਟੀਚਰ ਨੇ ਕਿਹਾ ਵੀ ਹਾਂ ਬੇਟਾ ਗੁਰਲੀਨ, ਤੁਸੀਂ ਬਿਲਕੁਲ ਸਹੀ ਹੋ। ਇਹ ਅਸਲ ਵਿੱਚ ਬਹੁਤ ਹੀ ਗੰਭੀਰ ਮੁੱਦਾ ਹੈ ਤੇ ਅਸੀਂ ਨਿਸ਼ਚਿਤ ਤੌਰ ਤੇ ਇਸ ਬਾਰੇ ਅੱਜ ਚਰਚਾ ਕਰਾਂਗੇ। ਆ ਦੇਖੋ ਬੱਚਿਓ, ਫੋਰੈਸਟ ਦੀ ਤਸਵੀਰ ਦਿੱਤੀ ਹੋਈ ਹੈ ਜਿਹਨੂੰ ਆਪਾਂ ਜੰਗਲ ਵੀ ਕਹੀਦਾ। ਅੱਗੇ ਹੈ ਡੀਅਰ ਸਟੂਡੈਂਟਸ, ਫਰਸਟ ਆਫ ਆਲ man is cutting down forests to expand villages and towns, thus attacking the animals and destroying their habitat. ਤੇ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤਾਂ ਮਨੁੱਖ ਜੰਗਲਾਂ ਨੂੰ ਕੱਟਦਾ ਜਾ ਰਿਹਾ ਹੈ, ਉਹਨਾਂ ਦਾ ਵਿਨਾਸ਼ ਕਰਦਾ ਜਾ ਰਿਹਾ ਹੈ ਕਿਉਂਕਿ ਮਨੁੱਖ ਵੀ ਵੱਧਦੇ ਜਾ ਰਹੇ ਨੇ ਤੇ ਉਹਨੇ ਆਬਾਦੀ ਦੇ ਹਿਸਾਬ ਨਾਲ ਪਿੰਡ ਤੇ ਹੋਰ ਸ਼ਹਿਰ ਵੀ ਵਧਾਣੇ ਨੇ, ਇਸ ਲਈ ਉਹ ਜੰਗਲਾਂ ਨੂੰ ਕੱਟ ਰਹੇ ਨੇ ਤੇ ਨਾਲ ਦੀ ਨਾਲ ਜਾਨਵਰਾਂ ਤੇ ਵੀ ਹਮਲਾ ਕਰ ਰਹੇ ਨੇ ਤੇ ਉਹਨਾਂ ਦਾ ਰਹਿਣ ਨਿਵਾਸ ਵੀ ਤਬਾਹ ਕਰ ਰਹੇ ਨੇ। Due to this, it is difficult for wild animals to live and find their food. ਤੇ ਇਸ ਕਾਰਨ ਜੰਗਲੀ ਜਾਨਵਰਾਂ ਦਾ ਰਹਿਣਾ ਤੇ ਭੋਜਨ ਲੱਭਣਾ ਮੁਸ਼ਕਲ ਹੋ ਗਿਆ ਹੈ। If the natural habitat of the animals will be destroyed like this, where will they go? ਜੇਕਰ ਜਾਨਵਰਾਂ ਦਾ ਕੁਦਰਤੀ ਨਿਵਾਸ ਇਸ ਤਰ੍ਹਾਂ ਤਬਾਹ ਹੋ ਜਾਵੇ ਤਾਂ ਤੁਸੀਂ ਆਪ ਸੋਚੋ ਨਾ, ਉਹ ਕਿੱਥੇ ਜਾਣਗੇ, ਕੀ ਕਰਨਗੇ? ਹੁਣ ਇੱਥੇ ਦਿੱਤਾ ਹੋਇਆ ਸਵਾਲ, why do leopards and other wild animals come towards the residential area? ਚੀਤੇ ਤੇ ਹੋਰ ਜੰਗਲੀ ਜਾਨਵਰ ਰਿਹਾਇਸ਼ੀ ਖੇਤਰਾਂ ਦੇ ਵਿੱਚ ਕਿਉਂ ਆ ਰਹੇ ਨੇ?
Man is destroying their natural habitat because of deforestation. ਜੰਗਲਾਂ ਦੀ ਕਟਾਈ ਕਰਕੇ ਮਨੁੱਖ ਉਹਨਾਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਤਬਾਹ ਕਰ ਰਿਹਾ ਹੈ. When they don't find sufficient food, they move towards residential areas. ਤੇ ਜਦ ਉਹਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਭੋਜਨ ਨਹੀਂ ਮਿਲਦਾ ਤਾਂ ਉਹ ਰਿਹਾਇਸ਼ੀ ਖੇਤਰਾਂ ਵੱਲ ਵੱਧ ਜਾਂਦੇ ਨੇ. ਹੈ ਕਿ ਨਹੀਂ? Second question, has any such incident happened in your area that a wild animal entered a residential area and caused harm? ਕਿ ਤੁਹਾਡੇ ਇਲਾਕੇ ਵਿੱਚ ਵੀ ਅਜਿਹੀ ਕੋਈ ਘਟਨਾ ਵਾਪਰੀ ਹੈ ਕਿ ਕੋਈ ਜੰਗਲੀ ਜਾਨਵਰ ਰਿਹਾਇਸ਼ੀ ਖੇਤਰ ਵਿੱਚ ਵੜ ਗਿਆ ਹੋਏ ਤੇ ਉਸਨੇ ਨੁਕਸਾਨ ਪਹੁੰਚਾਇਆ ਹੋਏ? If not, you might have heard any incident on television or read in a newspaper. ਜੇਕਰ ਨਹੀਂ ਵੀ ਹੋਇਆ ਤਾਂ ਤੁਸੀਂ ਟੀਵੀ ਤੇ ਜਾਂ ਉਦਾਂ ਵੀ ਅਖਬਾਰ ਦੇ ਵਿੱਚ ਕੋਈ ਨਾ ਕੋਈ ਖਬਰ ਪੜ੍ਹੀ ਹੋਏਗੀ ਜਾਂ ਘਟਨਾ ਦੇਖੀ ਹੋਏਗੀ. ਰਾਈਟ ਇਟ ਡਾਊਨ ਵਿਦ ਦ ਹੈਲਪ ਆਫ ਯੋਰ ਟੀਚਰ. ਤੇ ਇਸ ਬਾਰੇ ਆਪਣੇ ਅਧਿਆਪਕ ਦੇ ਨਾਲ ਚਰਚਾ ਕਰਕੇ ਉਹਨਾਂ ਦੀ ਮਦਦ ਨਾਲ ਲਿਖੋ. ਤੇ ਮੈਂ ਇੱਥੇ ਲਿਖਿਆ ਹੈ, ਐਨ ਐਲੀਫੈਂਟ ਵਾਂਸ ਐਂਟਰਡ ਆਰ ਟਾਊਨ ਐਟ ਨਾਈਟ. ਇੱਕ ਵਾਰ ਰਾਤ ਨੂੰ ਇੱਕ ਹਾਥੀ ਸਾਡੇ ਸ਼ਹਿਰ ਵਿੱਚ ਆ ਗਿਆ. Immediately the forest staff was put on alert. ਤੁਰੰਤ ਜੰਗਲਾਂ ਦੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਨੂੰ ਚੌਕਸ ਕਰ ਦਿੱਤਾ ਗਿਆ, ਦੱਸ ਦਿੱਤਾ ਗਿਆ. The police reached on time. ਤੇ ਪੁਲਿਸ ਵੀ ਸਮੇਂ ਸਿਰ ਪਹੁੰਚ ਗਈ. Forest officials suspect that due to decrease in forest area, wild animals enter human habitations. ਤੇ ਜੰਗਲਾਂ ਦੇ ਜਿਹੜੇ ਅਧਿਕਾਰੀ ਹੈਗੇ ਨੇ ਉਹਨਾਂ ਨੂੰ ਸ਼ੱਕ ਇਸ ਗੱਲ ਦਾ ਹੈ ਵੀ ਜਿਹੜੇ ਜੰਗਲੀ ਜਾਨਵਰ ਹੈਗੇ ਨੇ ਉਹ ਮਨੁੱਖੀ ਬਸਤੀਆਂ ਦੇ ਵੱਲ ਇਸ ਲਈ ਵੱਧ ਰਹੇ ਨੇ ਕਿਉਂਕਿ ਅਸੀਂ ਜੰਗਲਾਂ ਨੂੰ ਕੱਟ ਰਹੇ ਹਾਂ ਤੇ ਉਹਨਾਂ ਕੋਲ ਰਹਿਣ ਦੀ ਥਾਂ ਘੱਟ ਹੁੰਦੀ ਜਾ ਰਹੀ ਹੈ, ਖਾਣ ਪੀਣ ਦਾ ਸਮਾਨ ਘੱਟ ਹੁੰਦਾ ਜਾ ਰਿਹਾ. Apart from destruction of few crops, no human being was injured. ਕੁਝ ਫਸਲਾਂ ਦੀ ਤਬਾਹੀ ਤੋਂ ਇਲਾਵਾ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ. The officials caught the animal and left it in the wild. ਤੇ ਅਧਿਕਾਰੀਆਂ ਨੇ ਜਾਨਵਰ ਨੂੰ ਫੜ ਲਿਆ ਸਮੇਂ ਸਿਰ ਤੇ ਜੰਗਲ ਦੇ ਵਿੱਚ ਵਾਪਸ ਛੱਡ ਦਿੱਤਾ. ਗੁਰਲੀਨ ਫੇਰ ਅੱਗੇ ਗੱਲ ਪੁੱਛਦੀ ਹੈ, ਮੈਡਮ, man does not need forest. ਮੈਡਮ, ਕੀ ਇਨਸਾਨ ਨੂੰ ਜੰਗਲਾਂ ਦੀ ਲੋੜ ਨਹੀਂ ਹੈ? ਟੀਚਰ, it is not so. ਅਜਿਹਾ ਨਹੀਂ ਹੈ. ਅਧਿਆਪਕ ਦੱਸਦੇ ਨੇ, forests are one of the basic necessities of man. ਜੰਗਲ ਮਨੁੱਖ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਦੀ ਚੀਜ਼ ਹੈਗੀ ਹੈ. In the earlier times, man used to live in forest like other animals. ਤੇ ਉਹ ਦੱਸਦੇ ਨੇ ਵੀ ਪਹਿਲੇ ਸਮਿਆਂ ਵਿੱਚ ਮਨੁੱਖ ਹੋਰ ਜਾਨਵਰਾਂ ਵਾਂਗ ਜੰਗਲਾਂ ਵਿੱਚ ਹੀ ਰਹਿੰਦੇ ਸੀ. He depended on forest for all his needs. ਤੇ ਉਹ ਆਪਣੀਆਂ ਸਾਰੀਆਂ ਲੋੜਾਂ ਦੇ ਲਈ ਜੰਗਲਾਂ ਤੇ ਨਿਰਭਰ ਸੀ. Man has progressed, but even now he is dependent on natural resources such as forest, air, water, soil, coal, petroleum, natural gas for his survival. ਮਨੁੱਖ ਨੇ ਤਰੱਕੀ ਕੀਤੀ ਹੈ ਪਰ ਹੁਣ ਵੀ ਉਹ ਬਹੁਤ ਜ਼ਿਆਦਾ ਕੁਦਰਤ ਤੇ ਨਿਰਭਰ ਹੈਗਾ ਤੇ ਉੱਥੋਂ ਮਿਲਣ ਵਾਲੇ ਸਮਾਨ ਤੇ, ਜਿਵੇਂ ਕਿ ਜੰਗਲ ਹੋ ਗਏ, ਹਵਾ, ਪਾਣੀ, ਮਿੱਟੀ, ਕੋਇਲਾ ਤੇ ਨਾਲ ਦੀ ਨਾਲ ਪੈਟਰੋਲੀਅਮ, ਨੈਚੁਰਲ ਗੈਸ ਉਹਦੇ ਤੇ ਨਿਰਭਰ ਕਰਦੀ ਹੈ ਉਹਦੀ ਜ਼ਿੰਦਗੀ. Out of all these natural resources, forests are of prime importance as forests are the main source of all other resources. ਇਹਨਾਂ ਸਾਰੇ ਕੁਦਰਤੀ ਰਿਸੋਰਸਿਸ ਵਿੱਚੋਂ ਜੰਗਲ ਸਭ ਤੋਂ ਪ੍ਰਮੁੱਖ ਮਹੱਤਤਾ ਰੱਖਦੇ ਨੇ ਕਿਉਂਕਿ ਜੰਗਲ ਹੀ ਬਾਕੀ ਸਾਰੀਆਂ ਚੀਜ਼ਾਂ ਸਾਨੂੰ ਦਿੰਦੇ ਨੇ. Air, water, soil are renewable resources which are renewed and replaced naturally by the forest. ਹਵਾ, ਪਾਣੀ ਤੇ ਮਿੱਟੀ, ਇਹਨਾਂ ਨੂੰ ਆਪਾਂ renewable resources ਇਸ ਲਈ ਕਹੀਦਾ ਕਿਉਂਕਿ ਇਹ renew ਹੋ ਜਾਂਦੇ ਨੇ, ਜਿਹਦਾ ਮਤਲਬ ਹੈ ਇਹ ਵਾਪਸ ਆ ਜਾਂਦੇ ਨੇ ਸਾਡੇ ਕੋਲ naturally by the forest, ਕੁਦਰਤੀ ਤਰੀਕੇ ਦੇ ਨਾਲ ਜੰਗਲਾਂ ਤੋਂ. ਠੀਕ ਹੈ ਬੱਚਿਓ, ਆ ਦੇਖੋ ਕੋਲ ਤੇ ਇੱਥੇ ਬਣਾਈ ਹੋਈ ਹੈ ਤਸਵੀਰ ਪੈਟਰੋਲੀਅਮ ਦੀ. ਇੰਜ ਕਰਕੇ ਕੋਇਲੇ ਦੀ ਖਾਨ ਤੋਂ ਅਸੀਂ ਕੋਲ ਲੈਂਦੇ ਹਾਂ.
But coal, petroleum and natural gas are non-renewable resources as it takes millions of years to replenish these resources. पर कोल, ਪੈਟਰੋਲੀਅਮ ਤੇ ਨੈਚੁਰਲ ਗੈਸ ਜਿਹੜੀ ਹੈਗੀ ਹੈ ਉਹ ਨਾਨ ਰੀਨਿਊਏਬਲ ਹੁੰਦੇ ਨੇ, ਜਿਹਦਾ ਮਤਲਬ ਹੈ ਉਹਨਾਂ ਨੂੰ ਵਾਪਸ ਆਸਾਨੀ ਦੇ ਨਾਲ ਨਹੀਂ ਪਾਇਆ ਜਾ ਸਕਦਾ। ਉਹਨਾਂ ਨੂੰ ਪਾਉਣ ਦੇ ਲਈ ਬਹੁਤ ਸੈਂਕੜੇ ਸਾਲ ਲੱਗ ਜਾਂਦੇ ਨੇ। ਇਸ ਲਈ ਕਿਹਾ ਜਾਂਦਾ ਹੈ ਦੇਖ ਕੇ ਸੋਚ ਸਮਝ ਕੇ ਵਾਹਨ ਦੇ ਵਿੱਚ ਪੈਟਰੋਲ ਪਾਓ, ਕਿਉਂਕਿ ਇਹ ਮੁੱਕਣ ਵਾਲੇ ਨੇ ਭੰਡਾਰ ਇਹਨਾਂ ਦੇ। ਥਰਡ ਕੁਐਸਚਨ, what are natural resources? ਕੁਦਰਤੀ ਸਰੋਤ ਕੀ ਹੁੰਦੇ ਨੇ? List different types of natural resources ਤੇ ਇਹਨਾਂ ਦੇ ਕੁਝ ਉਦਾਹਰਨ ਵੀ ਦਿਓ। Resources available in the nature independent of human actions are called natural resources. ਕੁਦਰਤ ਵਿੱਚ ਉਪਲਬਧ sources ਜਿਹਦੇ ਵਿੱਚ ਇਨਸਾਨਾਂ ਦਾ ਕੋਈ ਯੋਗਦਾਨ ਨਹੀਂ ਹੈ ਉਹਨਾਂ ਨੂੰ ਆਪਾਂ ਨੈਚੁਰਲ ਜਾਂ ਕੁਦਰਤੀ ਰਿਸੋਰਸਿਸ ਕਹਿੰਦੇ ਆ, ਜਿਵੇਂ ਫॉर एग्जाम्पल एयर, हवा, वाटर, पानी, सॉइल, फॉरेस्ट, जंगल, प्लांट्स, पौधे ते सनलाइट, सूरजी रोशनी। फोर्थ क्वेश्चन, गिवन बिलो इज वन एग्जाम्पल ईच ऑफ रिन्यूएबल जिहड़े आसानी नाल मिल जांदे ने एंड नॉन रिन्यूएबल रिसोर्सेज, कंप्लीट द लिस्ट। इत्थे उदाहरण दिता होया एक एक, हुण आपां लिस्ट पूरी करनी है। रिन्यूएबल नैचुरल रिसोर्सेज जिवें फॉरेस्ट, अगे मैं लिखता सोलर एनर्जी, सूरज तो जिहड़ी एनर्जी मिलती है सानू, वाटर, विंड, सॉइल, तुसी विंड की थां ते एयर भी लिख सकते हो। नॉन रिन्यूएबल नैचुरल रिसोर्सेज दे विच आ जांदा है कोल, नैचुरल गैस, पेट्रोलियम, ऑयल ते फिर तो मैं कोल लिखता, तुसी एक ही बारी लिख सकते हो। ठीक है बच्चों, अगे चलते हैं। फॉरेस्ट, जंगलों बारे गल की गई है। फॉरेस्ट आर इंपॉर्टेंट नैचुरल रिसोर्सेज, जंगल कुदरती रिसोर्सेज हैगे ने जो बहुत जरूरी हैगे ने इंसानां दे लई। ड्यूरिंग द प्रोसैस ऑफ फोटोसिंथेसिस, trees take the carbon dioxide from the atmosphere and release oxygen. फोटोसिंथेसिस दे विच जिहड़े प्लांट्स हैगे ने ओह कार्बन डाइऑक्साइड हवा विचों खिच लेंदे ने, अपना खाना उस नाल बनाउंदे ने ते बाहर ओह ऑक्सीजन दिंदे ने जो जिहदे नाल असीं साह लैंदे आ। In this way the balance of gases in the atmosphere is maintained. इस तरह वायुमंडल दे विच गैसां दा संतुलन बनाया रखिया है पौधियां ने। Due to the process of transpiration, trees lose water in the form of water vapors, which keeps the atmospheric temperature under control, and these water vapors help in cloud formation, which in turn causes rain. कितनी वड्डिया गल कही गई है कि एक होर प्रोसेस है जिन्हों आपां कहीदा है ट्रांसपीरेशन। ट्रांसपीरेशन एक प्रतिक्रिया है जिस नाल रुख अपना जल जिहड़ा है, पानी जिहड़ा है ओह वाटर वेपर दी फॉर्म दे विच छड्डदे ने वायुमंडल दे विच ते एटमोसफेयर दे तापमान नूं ओह नियंत्रण दे विच रखदे ने ते इह ही सानू मदद करदे ने बदल बढ़ाउण दे विच जिहदे नाल अगे मींह पैंदा है। Let us understand this natural process through an activity. आओ इस नूं एक कुदरती प्रतिक्रिया दे नाल, गतिविधि दे नाल समझिए। Activity 1. Select a branch of the tree without breaking it from the tree. पेड़ दी रुख दी एक टाणी तोड़े बिना ओनू तुसी देख लो। Cover this branch with dry polythene bag and tie its free end tightly. ते उस टाणी ते जबरदस्त तरीके दे नाल तुसी पॉलीथीन दा लिफाफा बांधो, चंगी तरह बांधो। Observe it on the second day. ते दूजे दिन उसनू ध्यान नाल देखो कि उस विच की होए। What do you observe? तुसी की देखिया? Do you see some water droplets inside the polythene bag? कि तुसी कुछ पानी दियां बूंदां पॉलीथीन बैग दे अंदरले पासे देखियां? Where does this water come from? ते ए पानी कित्थों आउंदा है? Find out and note down the answer in your notebook. लब्बो
ਤੇ ਇਸ ਬਾਰੇ ਜਾਣਕਾਰੀ ਲਿਖੋ, ਇਸ ਦਾ ਜਵਾਬ ਲਿਖੋ ਆਪਣੀ ਕਾਪੀ ਵਿੱਚ। ਇੱਥੇ ਮੈਂ ਇਸ ਦਾ ਆਨਸਰ ਲਿਖਿਆ ਹੈ, ਇਫ ਵੀ ਕਵਰ ਅ ਪਾਰਟ ਆਫ ਦ ਬ੍ਰਾਂਚ ਵਿਦ ਡਰਾਈ ਪਲਾਸਟਿਕ ਔਰ ਪੋਲੀਥੀਨ ਬੈਗ, we will see that water vapors cover the plastic bag that are released from the tree. ਜੇਕਰ ਮੈਂ ਇੱਕ ਪਲਾਸਟਿਕ ਦਾ ਬੈਗ ਜਾਂ ਲਿਫਾਫਾ ਦਰਖਤ ਦੇ ਉਸ ਟਾਹਣੀ ਤੇ ਬੰਨ ਦਾਂਗੀ ਤਾਂ ਮੈਂ ਦੇਖਾਂਗੀ ਕਿ ਉਸ ਲਿਫਾਫੇ ਦੇ ਅੰਦਰ ਕੁਝ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋਈਆਂ ਨੇ। If kept like this for few days, the water droplets will condense into liquid form. ਤੇ ਜੇਕਰ ਕੁਝ ਦਿਨਾਂ ਦੇ ਲਈ ਇਸ ਨੂੰ ਇਦਾਂ ਹੀ ਰੱਖ ਦਿੱਤਾ ਜਾਵੇ ਤੇ ਪਾਣੀ ਦੀਆਂ ਬੂੰਦਾਂ ਬਦਲ ਕੇ ਪਾਣੀ ਬਣ ਜਾਣਗੀਆਂ ਤੇ ਤੁਸੀਂ ਲਿਫਾਫੇ ਵਿੱਚ ਪਾਣੀ ਇਕੱਠਾ ਹੁੰਦਾ ਦੇਖੋਗੇ, ਬੂੰਦਾਂ ਦੀ ਥਾਂ ਤੇ ਪਾਣੀ ਬਣ ਜਾਏਗਾ। ਠੀਕ ਹੈ ਬੱਚਿਓ। ਅੱਗੇ ਗੁਰਲੀਨ ਪੁੱਛਦੀ ਹੈ, ਮੈਮ what are the other advantages of forest? ਮੈਡਮ ਜੰਗਲਾਂ ਦੇ ਹੋਰ ਕੀ ਫਾਇਦੇ ਨੇ? ਟੀਚਰ, in the forest the branches, leaves, flowers, fruits, etc. fall down fertile on the soil. ਬੇਟਾ ਇਹਨੂੰ ਕਿਤਾਬ ਵਿੱਚ ਠੀਕ ਕਰ ਲਿਓ, ਇੱਥੇ fall down fertile ਨਹੀਂ ਆਏਗਾ, ਇੱਥੇ ਆਏਗਾ fall down on the ground। ਇੱਥੇ ਲਿਖਿਆ ਹੋਇਆ ਹੈ ਕਿ ਜੰਗਲਾਂ ਦੇ ਵਿੱਚ ਟਾਹਣੀਆਂ ਹੋ ਗਈਆਂ ਰੁੱਖਾਂ ਦੀਆਂ, ਪੱਤੇ ਹੋ ਗਏ, ਫੁੱਲ ਹੋ ਗਏ, ਫਲ ਹੋ ਗਏ, ਉਹ ਥੱਲੇ ਜ਼ਮੀਨ ਤੇ ਡਿੱਗ ਜਾਂਦੇ ਨੇ। They decay and mix in the soil to make the soil fertile. ਤੇ ਇਹ ਜਦ ਸੜ ਜਾਂਦੇ ਨੇ ਤੇ ਮਿੱਟੀ ਵਿੱਚ ਰਲ ਜਾਂਦੇ ਨੇ ਤੇ ਮਿੱਟੀ ਨੂੰ ਹੋਰ ਉਪਜਾਊ ਬਣਾ ਦਿੰਦੇ ਨੇ। Medicinal herbs, fruits, rubber, gum and colors are obtained from the forest. ਤੇ ਨਾਲ ਦੀ ਨਾਲ ਸਾਨੂੰ ਜੜੀਆਂ ਬੂਟੀਆਂ, ਫਲ, ਰਬੜ, ਗਮ ਚਿਪਕਾਉਣ ਵਾਲੀ ਤੇ ਜਿਹੜੇ ਰੰਗ ਹੁੰਦੇ ਨੇ ਉਹ ਵੀ ਜੰਗਲਾਂ ਤੋਂ ਮਿਲਦੇ ਨੇ। Wood is obtained from the forest to build houses, to make furniture or for fuel. ਤੇ ਘਰ ਬਣਾਉਣ ਦੇ ਲਈ, ਫਰਨੀਚਰ ਬਣਾਉਣ ਦੇ ਲਈ ਤੇ ਨਾਲ ਦੀ ਨਾਲ ਬਾਲਣ ਦੇ ਲਈ ਵੀ ਸਾਨੂੰ ਜੰਗਲਾਂ ਤੋਂ ਹੀ ਲੱਕੜ ਮਿਲਦੀ ਹੈ। ਤੇ ਜੰਗਲਾਂ ਦੇ ਕਿੰਨੇ ਫਾਇਦੇ ਆਪਾਂ ਪੜ੍ਹੇ ਹੈ ਕਿ ਨਹੀਂ? ਫਿਫਥ ਕੁਐਸਚਨ, what products are obtained from the forest? ਜੰਗਲਾਂ ਤੋਂ ਸਾਨੂੰ ਕਿਹੜੇ ਉਤਪਾਦ ਪ੍ਰਾਪਤ ਹੁੰਦੇ ਨੇ ਜਾਂ ਕਿਹੜੀਆਂ ਚੀਜ਼ਾਂ ਮਿਲਦੀਆਂ ਨੇ? ਮੈਂ ਇੱਥੇ ਲਿਖਿਆ ਹੈ, products we get from forest include fruits, ਜੋ ਸਾਨੂੰ ਜੰਗਲਾਂ ਤੋਂ ਮਿਲਦਾ ਹੈ, ਫਲ, ਰਬੜ, ਮਸ਼ਰੂਮਸ, oils, gum, medicinal herbs, vegetables, flowers, wood, fuel, grasses used in paper industry, ਜੋ ਕਾਗਜ਼ ਜਾਂ ਖਾਸ ਤੌਰ ਤੇ ਪੇਪਰ ਇੰਡਸਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਬੈਂਬੂ, ਡਾਈਜ਼, ਟੈਨਸ ਐਂਡ ਫਾਈਬਰਸ। ਤੁਸੀਂ ਇਸ ਦੇ ਵਿੱਚ ਕਲਰਸ ਵੀ ਲਿਖ ਸਕਦੇ ਹੋ। ਠੀਕ ਹੈ। ਸਿਕਸਥ ਕੁਐਸਚਨ, ਹਾਊ ਡੂ ਫੋਰੈਸਟ ਮੇਕ ਦ ਸੋਇਲ ਫਰਟਾਈਲ? ਜੰਗਲ ਮਿੱਟੀ ਨੂੰ ਉਪਜਾਊ ਕਿਵੇਂ ਬਣਾਉਂਦੇ ਨੇ? The root system of plants and trees hold the soil together. ਪੌਦਿਆਂ ਦਾ ਤੇ ਰੁੱਖਾਂ ਦਾ ਜਿਹੜੇ ਜੜ ਹੁੰਦੇ ਨੇ ਉਹ ਮਿੱਟੀ ਨੂੰ ਜਕੜ ਕੇ ਇਕੱਠਾ ਕਰਕੇ ਰੱਖਦੇ ਨੇ। Various trees and parts of plants like branches, fruits, leaves and flowers fall on the ground. ਵੱਖ-ਵੱਖ ਰੁੱਖ ਹੋ ਗਏ, ਰੁੱਖਾਂ ਦੇ ਹਿੱਸੇ ਹੋ ਗਏ, ਪੌਦਿਆਂ ਦੇ ਹਿੱਸੇ ਹੋ ਗਏ, ਲੱਕੜ, ਫਲ, ਪੱਤੇ, ਫੁੱਲ, ਇਹ ਸਾਰੇ ਜਦ ਜ਼ਮੀਨ ਤੇ ਡਿੱਗ ਜਾਂਦੇ ਨੇ। This organic matter or decayed parts of the plant make the soil fertile by mixing in it. ਤੇ ਇਹ ਜਿਹੜਾ ਆਰਗੈਨਿਕ ਮੈਟਰ ਹੁੰਦਾ ਹੈ, ਆਰਗੈਨਿਕ ਤੋਂ ਭਾਵ ਹੈ ਜਿਹੜਾ ਕੁਦਰਤੀ ਸਾਨੂੰ ਨੈਚੁਰਲੀ ਮਿਲ ਜਾਏ, ਇਹ ਜਿਹੜੇ ਆਰਗੈਨਿਕ ਪਦਾਰਥ ਹੁੰਦੇ ਹੈਗੇ ਨੇ ਪੌਦਿਆਂ ਤੋਂ ਮਿਲਦੇ ਹੈ ਸਾਨੂੰ, ਤੇ ਇਹ ਜਾਂ ਫਿਰ ਸੜ ਜਾਣ ਤਦ ਵੀ ਮਿੱਟੀ ਨੂੰ ਰਲ ਕੇ ਹੋਰ ਜ਼ਿਆਦਾ ਉਪਜਾਊ ਬਣਾ ਦਿੰਦੇ ਨੇ। ਠੀਕ ਹੈ ਬੱਚਿਓ। ਅੱਗੇ ਗੁਰਲੀਨ ਪੁੱਛਦੀ ਹੈ, if forests are so beneficial, then why man is making such a big mistake of cutting the forest on a large scale? ਤੇ ਗੁਰਲੀਨ ਪੁੱਛਦੀ ਹੈ, ਜੇਕਰ ਜੰਗਲ ਇੰਨੇ ਫਾਇਦੇਮੰਦ ਹੈਗੇ ਨੇ ਤਾਂ ਮਨੁੱਖ ਇਹਨਾਂ ਜੰਗਲਾਂ ਨੂੰ ਕਿਉਂ ਵੱਡੇ ਪੱਧਰ ਤੇ ਕੱਟੀ ਜਾ ਰਿਹਾ ਹੈ? ਟੀਚਰ, to meet the needs of increasing population, more agricultural land is needed. Industries were set up, new cities were developed, roads and railway lines were laid, and for many more reasons, forests were cut down.
ਤੇ ਅਧਿਆਪਕ ਸਮਝਾਉਂਦੇ ਨੇ ਵੀ ਬੱਚਿਓ ਆਬਾਦੀ ਵੱਧਦੀ ਜਾ ਰਹੀ ਹੈ ਤੇ ਲੋਕਾਂ ਦੀ ਜ਼ਰੂਰਤਾਂ ਨੂੰ ਲੋੜਾਂ ਨੂੰ ਪੂਰਾ ਕਰਨ ਦੇ ਲਈ ਵਧੇਰੇ ਖੇਤੀਬਾੜੀ ਦੀ ਜ਼ਮੀਨ ਦੀ ਲੋੜ ਪੈਂਦੀ ਹੈ ਤੇ ਨਾਲ ਦੀ ਨਾਲ ਇੰਡਸਟਰੀਜ਼ ਬਣਾਉਣ ਦੇ ਲਈ ਨਵੇਂ ਸ਼ਹਿਰ ਵਸਾਉਣ ਦੇ ਲਈ ਸੜਕਾਂ ਤੇ ਰੇਲਵੇ ਲਾਈਨਾਂ ਬਣਾਉਣ ਦੇ ਲਈ ਤੇ ਹੋਰ ਕਈ ਕਾਰਨਾਂ ਕਰਕੇ ਜੰਗਲਾਂ ਨੂੰ ਕੱਟਣਾ ਪੈ ਰਿਹਾ ਹੈ ਸੋ wild animals are coming towards the residential areas in search of food ਤੇ ਇਸ ਲਈ ਜੰਗਲੀ ਜਾਨਵਰ ਭੋਜਨ ਦੀ ਭਾਲ ਦੇ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਆ ਰਹੇ ਨੇ due to cutting of forest other natural resources are also affected ਤੇ ਜੰਗਲਾਂ ਦੀ ਕਟਾਈ ਕਾਰਨ ਹੋਰ ਕੁਦਰਤੀ ਸਰੋਤ ਵੀ ਪ੍ਰਭਾਵਿਤ ਹੋ ਰਹੇ ਨੇ now a lot of steps are being taken to save forest ਤੇ ਅੱਜ ਕੱਲ ਜੰਗਲਾਂ ਨੂੰ ਬਚਾਉਣ ਦੇ ਲਈ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਨੇ ਫੋਰ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਕਟਿੰਗ ਆਫ ਰਿਮੇਨਿੰਗ ਫੋਰੈਸਟ ਇਜ਼ ਪ੍ਰੋਹਿਬਿਟਡ ਬਾਈ ਲਾਅ ਬਾਕੀ ਬਚੇ ਹੋਏ ਜੰਗਲਾਂ ਨੂੰ ਕੱਟਣਾ ਕਾਨੂੰਨੀ ਤੌਰ ਤੇ ਮਨਾਹੀ ਹੈ ਫੋਰੈਸਟ ਆਰ ਬੀਇੰਗ ਕੰਜ਼ਰਵਡ ਜੰਗਲਾਂ ਨੂੰ ਸੰਭਾਲ ਕੀਤੀ ਜਾ ਰਹੀ ਹੈ ਉਹਨਾਂ ਦੀ ਸੰਭਾਲ ਦਾ ਮਤਲਬ ਇਹ ਹੈ ਵੀ ਆਪਾਂ ਅੰਨ੍ਹੇਵਾਹ ਪੇੜ ਨਹੀਂ ਕੱਟ ਰਹੇ ਹਾਂ Public and students are inspired to plant more trees. ਲੋਕਾਂ ਨੂੰ ਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ Development of green belts is being promoted in and around cities. ਛੋਟੇ ਛੋਟੇ ਪਾਰਕ ਬਣਾਉਣ ਦੀ ਜ਼ਿੰਮੇਵਾਰੀ ਇਸ ਲਈ ਪ੍ਰੋਤਸਾਹਨ ਵੀ ਦਿੱਤਾ ਜਾ ਰਿਹਾ ਹੈ ਹਰ ਥਾਂ ਤੇ ਸ਼ਹਿਰਾਂ ਦੇ ਵਿੱਚ ਵੀ ਉਂਝ ਵੀ Planting of trees on the boundary of fields is encouraged. ਖੇਤਾਂ ਦੇ ਆਲੇ ਦੁਆਲੇ ਹੋਰ ਜ਼ਿਆਦਾ ਰੁੱਖ ਲਾਉਣ ਦੇ ਲਈ ਵੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਖੇਤਾਂ ਦੇ ਆਲੇ ਦੁਆਲੇ One Mahotsav is celebrated in the first week of July to plant more trees. ਆਪਾਂ ਪੜ੍ਹਿਆ ਸੀ ਨਾ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਲਈ ਜੁਲਾਈ ਦੇ ਪਹਿਲੇ ਹਫਤੇ ਵਨ ਮਹੋਤਸਵ ਮਨਾਇਆ ਜਾ ਰਿਹਾ ਹੈ ਅੱਗੇ ਹੈ ਫॉर ਟੀਚਰ ਅਧਿਆਪਕ ਲਈ ਟੀਚਰ ਕੈਨ ਪਲਾਨ ਅ ਟ੍ਰਿਪ ਫॉर ਦ ਸਟੂਡੈਂਟਸ ਟੂ ਅ ਨੀਅਰ ਬਾਈ ਫੋਰੈਸਟ ਅਧਿਆਪਕ ਵਿਦਿਆਰਥੀਆਂ ਲਈ ਨਜ਼ਦੀਕੀ ਜੰਗਲ ਦੀ ਯਾਤਰਾ ਦਾ ਇੱਕ ਪਲਾਨ ਬਣਾ ਸਕਦੇ ਨੇ ਅੱਗੇ ਹੈ 7th ਕੁਐਸਚਨ ਵਾਈ ਆਰ ਫੋਰੈਸਟ ਬੀਇੰਗ ਕੱਟ ਜੰਗਲ ਕਿਉਂ ਕੱਟੇ ਜਾ ਰਹੇ ਨੇ ਮੈਂ ਇੱਥੇ ਲਿਖਿਆ ਦ ਮੇਨ ਰੀਜ਼ਨ ਫॉर ਡਿਸਟਰਕਸ਼ਨ ਆਫ ਫੋਰੈਸਟ ਆਰ ਹਿਊਮਨਸ ਜੰਗਲਾਂ ਦੀ ਤਬਾਹੀ ਦਾ ਮੁੱਖ ਕਾਰਨ ਮਨੁੱਖ ਹੈ Increase in human population needs more land for residential purpose, agricultural reasons, for industry, construction of roads, railways, and to develop new cities. ਮਨੁੱਖੀ ਆਬਾਦੀ ਦੇ ਵਿੱਚ ਵਾਧੇ ਕਾਰਨ ਰਹਾਇਸ਼ੀ ਇਲਾਕਿਆਂ ਦੀ ਜੋ ਲੋੜ ਪੈਂਦੀ ਹੈ ਖੇਤੀਬਾੜੀ ਕਰਕੇ ਤੇ ਨਾਲ ਦੀ ਨਾਲ ਫੈਕਟਰੀਆਂ ਲਾਉਣ ਕਰਕੇ ਨਿਰਮਾਣ ਕਰਨਾ ਹੋਏ ਸੜਕਾਂ ਦਾ ਰੇਲਵੇਜ਼ ਦਾ ਤੇ ਨਵੇਂ ਸ਼ਹਿਰਾਂ ਦਾ So it can be said that the growing population and consumption needs of human beings has led to a decrease in forest area. ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਵਧਦੀ ਆਬਾਦੀ ਤੇ ਮਨੁੱਖਾਂ ਦੀ ਲੋੜ ਦੇ ਅਨੁਸਾਰ ਖਪਤ ਆਪਾਂ ਕਹਿ ਸਕਦੇ ਹਾਂ ਉਸ ਦੇ ਕਾਰਨ ਜੰਗਲਾਂ ਦੇ ਵਿੱਚ ਕਾਫੀ ਕਮੀ ਆ ਰਹੀ ਹੈ 8th question what would you do to save the forest ਜੰਗਲਾਂ ਨੂੰ ਬਚਾਉਣ ਦੇ ਲਈ ਤੁਸੀਂ ਕੀ ਕਰੋਗੇ We can take the following steps to save the forest ਅਸੀਂ ਜੰਗਲਾਂ ਨੂੰ ਬਚਾਉਣ ਦੇ ਲਈ ਹੇਠ ਲਿਖੇ ਕਦਮ ਚੁੱਕ ਸਕਦੇ ਹਾਂ Control the use of paper since paper is made from wood pulp for which trees are being cut ਕਾਗਜ਼ ਦੀ ਵਰਤੋਂ ਨੂੰ ਕੰਟਰੋਲ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਕਾਗਜ਼ ਵੁੱਡ ਪਲਪ ਤੋਂ ਮਿਲਦਾ ਹੈ ਤੇ ਜਿਸ ਕਰਕੇ ਸਾਨੂੰ ਰੁੱਖ ਕੱਟਣੇ ਪੈਂਦੇ ਨੇ ਸੈਕੰਡ ਏਫੋਰੈਸਟੇਸ਼ਨ ਹੋਰ ਪੇੜ ਲਾਣੇ ਥਰਡ ਰੀਫੋਰੈਸਟੇਸ਼ਨ ਜੇ ਤੁਸੀਂ ਪੇੜ ਕੱਟਦੇ ਹੋ ਤਾਂ ਪੇੜ ਉਗਾਣੇ ਵੀ ਚਾਹੀਦੇ ਨੇ ਯੂਜ਼ ਆਲਟਰਨੇਟਿਵ ਆਫ ਵੁੱਡ ਐਗਜ਼ਾਮਪਲ ਆਇਰਨ ਔਰ ਐਲੂਮੀਨੀਅਮ ਲੱਕੜ ਦੀ ਥਾਂ ਤੇ ਆਪਾਂ ਹੋਰ ਚੀਜ਼ਾਂ ਵਰਤ ਸਕਦੇ ਹਾਂ ਜਿਵੇਂ ਆਇਰਨ ਹੋ ਗਿਆ ਐਲੂਮੀਨੀਅਮ ਹੋ ਗਿਆ Spread awareness to save forest ਜੰਗਲਾਂ ਨੂੰ ਬਚਾਉਣ ਦੇ ਲਈ ਜਾਗਰੂਕਤਾ ਫੈਲਾਈ ਜਾ ਸਕਦੀ ਹੈ Regulate cutting of trees and forest fire ਰੁੱਖ ਕੱਟਣ ਤੇ
ਮਨਾਹੀ ਹੋਣੀ ਚਾਹੀਦੀ ਹੈ, ਚੈੱਕ ਹੋਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਸਾਨੂੰ ਜਿਹੜੀ ਅੰਨ੍ਹੇਵਾਹ ਅੱਗ ਲੱਗ ਜਾਂਦੀ ਹੈ ਜੰਗਲਾਂ ਦੇ ਵਿੱਚ ਉਹਦੇ ਤੇ ਵੀ ਕੰਟਰੋਲ ਰੱਖਣਾ ਚਾਹੀਦਾ ਹੈ। ਅੱਗੇ ਹੈ 에ਅਰ, ਹਵਾ ਬਾਰੇ। 에ਅਰ ਇਜ਼ ਐਨ ਇਨਵਿਜ਼ੀਬਲ ਨੈਚੁਰਲ ਰਿਸੋਰਸ। ਹਵਾ ਇੱਕ ਅਦਿੱਖ ਕੁਦਰਤੀ ਸਰੋਤ ਹੈ ਜੋ ਸਾਨੂੰ ਦਿਸਦੀ ਨਹੀਂ ਹੈ। It surrounds the earth and thus constitutes the atmosphere of earth. ਇਹ ਧਰਤੀ ਦੇ ਆਲੇ ਦੁਆਲੇ ਹੁੰਦੀ ਹੈ ਤੇ ਨਾਲ ਦੀ ਨਾਲ ਸਾਡਾ ਵਾਯੂਮੰਡਲ ਵੀ ਬਣਾਉਂਦੀ ਹੈ। All green plants take carbon dioxide from the air to prepare their food. ਸਾਰੇ ਹਰੇ ਪੌਦੇ ਆਪਣਾ ਭੋਜਨ ਤਿਆਰ ਕਰਨ ਦੇ ਲਈ ਕਾਰਬਨ ਡਾਈਆਕਸਾਈਡ ਲੈਂਦੇ ਨੇ ਹਵਾ ਤੋਂ ਤੇ ਜਿਸ ਨਾਲ ਉਹ ਆਪਣਾ ਖਾਣਾ ਤਿਆਰ ਕਰਦੇ ਨੇ, ਸ਼ਾਇਦ ਤੁਹਾਨੂੰ ਪਤਾ ਹੋਏ, ਉਹਨੂੰ ਆਪਾਂ ਫੋਟੋਸਿੰਥੇਸਿਸ ਕਹੀਦਾ। All living organisms use oxygen from the air for respiration. ਸਾਰੇ ਜੀਵਿਤ ਜੀਵ ਸਾਹ ਲੈਣ ਦੇ ਲਈ ਹਵਾ ਤੋਂ ਆਕਸੀਜਨ ਵਰਤਦੇ ਨੇ। Oxygen is required for burning of the fuel. ਤੇ ਬਾਲਣ ਨੂੰ ਜਲਾਉਣ ਦੇ ਲਈ ਵੀ ਆਕਸੀਜਨ ਦੀ ਲੋੜ ਹੁੰਦੀ ਹੈ। Air is filled in balloons and tires. ਗੁਬਾਰਿਆਂ ਦੇ ਵਿੱਚ ਤੇ ਟਾਇਰਾਂ ਦੇ ਵਿੱਚ ਵੀ ਆਪਾਂ ਹਵਾ ਹੀ ਭਰਦੇ ਹਾਂ। Windmills used to generate electricity also run on air. ਤੇ ਨਾਲ ਦੀ ਨਾਲ ਵਿੰਡਮਿਲ ਜਿਹੜੀ ਹੁੰਦੀ ਹੈ ਜਿਹਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ ਉਹ ਵੀ ਹਵਾ ਨਾਲ ਹੀ ਚੱਲਦੀ ਹੈ। Besides, we use air in our daily life. Example, to fly kites, to separate grains from husk, and to run fans in summer. ਇਸ ਤੋਂ ਇਲਾਵਾ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਵੀ ਹਵਾ ਦੀ ਵਰਤੋਂ ਕਰਦੇ ਰਹਿੰਦੇ ਹਾਂ। ਉਦਾਹਰਨ ਦੇ ਤੌਰ ਤੇ ਜਿਵੇਂ ਕਿ ਪਤੰਗ ਉਡਾਉਣ ਦੇ ਲਈ, ਭੁੱਕੀ ਵਿੱਚੋਂ ਦਾਣੇ ਅਲੱਗ ਕਰਨ ਦੇ ਲਈ ਤੇ ਨਾਲ ਦੀ ਨਾਲ ਗਰਮੀਆਂ ਦੇ ਵਿੱਚ ਪੱਖਾ ਚਲਾਉਣ ਦੇ ਲਈ। ਇੱਥੇ ਦਿੱਤੀ ਹੋਈ ਹੈ ਐਕਟੀਵਿਟੀ 2। Let us understand the principle of windmill. ਆਓ ਵਿੰਡਮਿਲ ਕਿਸ ਤਰੀਕੇ ਦੇ ਨਾਲ ਚੱਲਦੀ ਹੈ ਉਹਦਾ ਸਿਧਾਂਤ ਜਾਣਦੇ ਹਾਂ। ਆਪਾਂ ਹੁਣੇ ਗੱਲ ਕੀਤੀ ਸੀ ਨਾ ਵਿੰਡਮਿਲਸ ਦੀ। ਪਹਿਲਾਂ ਕਿਹਾ ਗਿਆ ਟੇਕ ਅ ਸਕੁਆਇਰ ਸ਼ੀਟ ਆਫ ਪੇਪਰ। ਇੱਕ ਸਕੁਆਇਰ ਸ਼ੀਟ ਲੈਣੀ ਹੈ ਕਾਗਜ਼ ਦੀ। Give a cut from all the four sides towards the center of the paper. ਤੇ ਕਾਗਜ਼ ਨੂੰ ਚਾਰੋਂ ਕੋਨਿਆਂ ਤੋਂ ਅੰਦਰਲੇ ਪਾਸੇ ਨੂੰ ਕੱਟ ਮਾਰਨਾ ਹੈ ਕੈਂਚੀ ਦੇ ਨਾਲ। ਆ ਦੇਖੋ ਇੰਜ ਕਰਕੇ ਕੱਟ ਮਾਰਨਾ ਹੈ। ਠੀਕ ਹੈ ਬੱਚਿਓ। ਉਸ ਤੋਂ ਬਾਅਦ ਥਰਡ, fold the paper from four corners towards the center and put a pin. ਕਾਗਜ਼ ਨੂੰ ਚਾਰ ਕੋਨਿਆਂ ਤੋਂ ਫੜ ਕੇ ਮੋੜ ਕੇ ਵਿਚਕਾਰ ਉਹਦੇ ਪਿੰਨ ਲਾ ਦੋ। ਆ ਦੇਖੋ ਜਿਵੇਂ ਮੋੜਿਆ ਜਾ ਰਿਹਾ ਇੱਕ ਇੱਕ ਹਿੱਸਾ। Fourth, insert the pin in the straw and bend it a little. ਪਿੰਨ ਨੂੰ ਸਟ੍ਰੋ ਦੇ ਵਿੱਚ ਪਾ ਦਿਓ ਤੇ ਉਹਨੂੰ ਥੋੜਾ ਜਿਹਾ ਇੰਚ ਕਰਕੇ ਮੋੜ ਦਿਓ। ਆ ਦੇਖੋ ਠੀਕ ਹੈ। ਅੱਗੇ ਹੈਗਾ hold it in your hand or run or hold this in front of a running fan. It would start rotating. ਇਸ ਨੂੰ ਆਪਣੇ ਹੱਥ ਨਾਲ ਜਾਂ ਤਾਂ ਚੱਲ ਦਿਓ ਜਾਂ ਫਿਰ ਇੱਕ ਚੱਲਦੇ ਪੱਖੇ ਅੱਗੇ ਰੱਖ ਦਿਓ। ਇਹ ਤੇਜ਼ ਤੇਜ਼ ਘੁੰਮਣਾ ਸ਼ੁਰੂ ਕਰ ਦੇਗੀ ਇੰਜ ਕਰਕੇ। ਹੈ ਨਾ ਸੌਖੀ ਬਣਾਣੀ। ਇੱਥੋਂ ਪਿੰਨ ਪਾ ਦਿਓ ਤੇ ਪਿੱਛੋਂ ਇੱਕ ਡੰਡੀ ਪਾ ਦਿਓ ਇਹਦੇ। ਆ ਦੇਖੋ ਇੱਥੇ ਲਿਖਿਆ ਹੋਇਆ ਸਟੈਪਸ ਟੂ ਮੇਕ ਪੇਪਰ ਫੈਨ ਬਾਈ ਪੇਪਰ ਫੋਲਡਿੰਗ। ਪੇਪਰ ਦਾ ਵਿੰਡਮਿਲ ਬਣਾਇਆ ਆਪਾਂ ਤੇ ਇੱਥੇ ਬਣੀ ਹੋਈ ਹੈ ਵਿੰਡਮਿਲ, ਤੁਸੀਂ ਦੇਖੀ ਹੋਣੀ ਰਸਤਿਆਂ ਵਿੱਚ। 9th question ਹੈ which gas do plants use from the atmosphere for photosynthesis? ਪੌਦੇ ਆਪਣਾ ਖਾਣਾ ਬਣਾਉਣ ਦੇ ਲਈ ਵਾਤਾਵਰਣ ਤੋਂ ਕਿਹੜੀ ਗੈਸ ਵਰਤਦੇ ਨੇ? Plants use carbon dioxide from the atmosphere for photosynthesis. ਪੌਦੇ ਆਪਣਾ ਖਾਣਾ ਬਣਾਉਣ ਦੇ ਲਈ ਵਾਤਾਵਰਣ ਤੋਂ ਕਾਰਬਨ ਡਾਈਆਕਸਾਈਡ ਦਾ ਇਸਤੇਮਾਲ ਕਰਦੇ ਨੇ। Question 10. Which gas is used by living beings for respiration? ਸਾਹ ਲੈਣ ਦੇ ਲਈ ਜੀਵ ਕਿਹੜੀ ਗੈਸ ਵਰਤਦੇ ਨੇ? Living organisms or living beings use oxygen for respiration. ਜੀਵਿਤ ਜੀਵ ਜਾਂ ਵੈਸੇ ਆਪਾਂ ਕਹਿ ਸਕਦੇ ਹਾਂ living beings use ਕਰਦੇ ਨੇ ਆਕਸੀਜਨ ਕਿਹਦੇ ਲਈ? ਸਾਹ ਲੈਣ ਦੇ ਲਈ। Which gas is released out by living beings during respiration?
ਤੇ ਸਾਹ ਲੈਣ ਵੇਲੇ ਆਪਾਂ ਕਿਹੜੀ ਗੈਸ ਬਾਹਰ ਛੱਡਦੇ ਹਾਂ? ਕਾਰਬਨ ਡਾਈਆਕਸਾਈਡ is released by living beings during respiration. ਕਾਰਬਨ ਡਾਈਆਕਸਾਈਡ ਜੀਵਾਂ ਦੁਆਰਾ ਸਾਹ ਲੈਣ ਦੌਰਾਨ ਛੱਡੀ ਜਾਂਦੀ ਹੈ। Children, the air is also being polluted by a number of activities. ਬੱਚਿਓ, ਕਈ ਗਤੀਵਿਧੀਆਂ ਨਾਲ ਹਵਾ ਵੀ ਪ੍ਰਦੂਸ਼ਿਤ ਹੋ ਰਹੀ ਹੈ, ਜਿਵੇਂ burning of crop residue and dry leaves. ਫਸਲਾਂ ਦਾ ਜਿਹੜਾ ਰਹਿਣਾ ਹਿੱਸਾ ਹੁੰਦਾ ਹੈ ਜਾਂ ਫਿਰ ਸੁੱਕੇ ਪੱਤੇ ਜੇ ਆਪਾਂ ਅੱਗ ਲਾ ਦਈਏ ਉਹਦੇ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ। burning the garbage, ਕੂੜਾ ਸਾੜਨਾ। dumping the garbage in open, ਕੂੜੇ ਨੂੰ ਖੁੱਲੇ ਵਿੱਚ ਸਿੱਟ ਦੇਣਾ। due to the burning of the forest, ਜੰਗਲਾਂ ਨੂੰ ਸਾੜਨ ਕਰਕੇ ਵੀ ਪ੍ਰਦੂਸ਼ਣ ਹੁੰਦੀ ਹੈ। cutting down of forest, ਜੰਗਲਾਂ ਦੀ ਕਟਾਈ ਕਰਕੇ ਵੀ ਪ੍ਰਦੂਸ਼ਣ ਹੋ ਰਹੀ ਹੈ। throwing dead animals in the open instead of burying them, ਮਰੇ ਹੋਏ ਪਸ਼ੂਆਂ ਨੂੰ ਦਫਨਾਉਣ ਦੀ ਥਾਂ ਖੁੱਲੇ ਵਿੱਚ ਸਿੱਟ ਦੇਣਾ। due to emission of smoke from household fuel, automobiles, industries and factories, ਘਰੇਲੂ ਬਾਲਣ ਹੋ ਗਿਆ, ਵਾਹਨਾਂ ਤੋਂ ਜਿਹੜੀ ਪ੍ਰਦੂਸ਼ਣ ਨਿਕਲਦੀ ਹੈ, ਫੈਕਟਰੀਆਂ ਦੇ ਵਿੱਚ, ਇੰਡਸਟਰੀਜ਼ ਦੇ ਵਿੱਚੋਂ ਨਿਕਲੀ ਹੋਈ ਧੂਆਂ, ਉਹ ਵੀ ਪ੍ਰਦੂਸ਼ਿਤ ਕਰਦਾ ਹੈ। ਆ ਦੇਖੋ ਤੁਸੀਂ ਤਸਵੀਰ। due to smoke of cigarette, ਸਿਗਰਟ ਦੇ ਧੂਏ ਕਾਰਨ। due to the smoke produced by bursting crackers, ਪਟਾਕੇ ਫੋੜਨ ਕਰਕੇ ਵੀ ਪ੍ਰਦੂਸ਼ਣ ਹੁੰਦਾ ਹੈ। due to cough and sneezing, ਖੰਘਣ ਨਾਲ ਤੇ ਛਿੱਕ ਮਾਰਨ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ। ਠੀਕ ਹੈ, ਕਿਉਂਕਿ ਕੀੜੇ ਚਲੇ ਜਾਂਦੇ ਨੇ ਨਾ ਬੱਚਿਓ, ਤੇ ਇਸੇ ਲਈ ਕਿਹਾ ਜਾਂਦਾ ਹੈ ਛਿੱਕ ਮਾਰਨ ਸਮੇਂ ਜਾਂ ਫਿਰ ਖੰਘਣ ਸਮੇਂ ਆਪਣਾ ਰੁਮਾਲ ਮੂੰਹ ਤੇ ਜ਼ਰੂਰ ਰੱਖੋ। ਆ ਦੇਖੋ 에ਅਰ ਪੋਲਿਊਸ਼ਨ, ਕਿੰਨਾ ਜ਼ਿਆਦਾ ਧੂਆਂ ਤੁਸੀਂ ਦੇਖ ਰਹੇ ਹੋ। For teacher, ਅਧਿਆਪਕ ਲਈ on Diwali night so much pollution is caused due to bursting of crackers. ਦੀਵਾਲੀ ਦੀ ਰਾਤ ਪਟਾਕੇ ਚਲਾਉਣ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ। burning of crop residue also causes pollution. ਬਚਾ ਖੁਚਾ ਜਿਹੜਾ ਖੇਤਾਂ ਵਿੱਚ ਫਸਲਾਂ ਦਾ ਹੁੰਦਾ ਉਹਨੂੰ ਅੱਗ ਲਾਉਣ ਕਰਕੇ ਵੀ ਪ੍ਰਦੂਸ਼ਣ ਹੁੰਦਾ ਹੈ। Discuss about the ill effects of this pollution with the students and motivate students to stop buying, bursting crackers and celebrate Green Diwali. ਇਸ ਪ੍ਰਦੂਸ਼ਣ ਬਾਰੇ ਬੱਚਿਆਂ ਨੂੰ ਜਾਣਕਾਰੀ ਦਿਓ ਕਿ ਉਹਦੇ ਕੀ ਪ੍ਰਭਾਵ ਹੈਗੇ ਨੇ, ਮਾੜੇ ਪ੍ਰਭਾਵ, ਉਹਨਾਂ ਬਾਰੇ ਚਰਚਾ ਕਰੋ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਏ ਕਿ ਉਹ ਪਟਾਕੇ ਨਾ ਖਰੀਦਣ, ਪਟਾਕੇ ਨਾ ਚਲਾਉਣ ਤੇ ਉਹ ਗ੍ਰੀਨ ਦੀਵਾਲੀ ਮਨਾਉਣ, ਜਿਹਦਾ ਮਤਲਬ ਹੈ ਕਰੈਕਰਸ ਜਾਂ ਪਟਾਕਿਆਂ ਤੋਂ ਬਿਨਾਂ ਦੀਵਾਲੀ। ਅੱਗੇ ਹੈ 12th question. Listed below are some activities. Which of these activities cause pollution and which do not? ਹੇਠਾਂ ਕੁਝ ਗਤੀਵਿਧੀਆਂ ਲਿਖੀਆਂ ਹੋਈਆਂ ਨੇ, ਉਹਨਾਂ ਦੀ ਸੂਚੀ ਦਿੱਤੀ ਗਈ ਹੈ ਤੇ ਇਹਨਾਂ ਵਿੱਚੋਂ ਕਿਹੜੀ ਗਤੀਵਿਧੀ ਹੈ ਜਿਸ ਕਰਕੇ ਪ੍ਰਦੂਸ਼ਣ ਹੁੰਦਾ ਹੈ ਤੇ ਕਿਹੜੀ ਕਰਕੇ ਨਹੀਂ ਹੋਣਾ। ਆਪਾਂ ਯੈਸ ਜਾਂ ਨੋ ਦੇ ਵਿੱਚ ਜਵਾਬ ਦੇਣਾ। A, burning of wood, ਲੱਕੜ ਨੂੰ ਸਾੜਨ ਦੇ ਨਾਲ, ਹਾਂਜੀ। B, filling of tires, ਟਾਇਰ ਦੇ ਵਿੱਚ ਹਵਾ ਭਰਨ ਦੇ ਨਾਲ, no. C, breathing, ਹਵਾ ਲੈਣ ਦੇ ਨਾਲ ਜਾਂ ਸਾਹ ਲੈਣ ਦੇ ਨਾਲ, no. D, burning of crackers, ਪਟਾਕੇ ਸਾੜਨ ਦੇ ਨਾਲ, ਹਾਂਜੀ। working of fan, ਪੱਖਾ ਚੱਲਣ ਦੇ ਨਾਲ, no. storm, ਤੂਫਾਨ ਦੇ ਨਾਲ, no. burning the waste, ਜਿਹੜਾ ਕੂੜਾ ਹੈਗਾ ਉਹਨੂੰ ਜਲਾਉਣ ਦੇ ਨਾਲ, yes. burning crop residue, ਬਚੀ ਹੋਈ ਫਸਲ ਨੂੰ ਅੱਗ ਲਾਉਣ ਦੇ ਨਾਲ ਜਾਂ ਸਾੜਨ ਦੇ ਨਾਲ, ਹਾਂਜੀ। water. Water is a very important natural resource. पानी एक बहुत महत्वपूर्ण कुदरती रिसोर्स है। It is present on earth in the form of oceans, rivers, streams and lakes. ਇਹ ਧਰਤੀ ਉੱਤੇ ਵੱਖ-ਵੱਖ ਤਰੀਕੇ ਦੇ ਵਿੱਚ ਪਾਇਆ ਜਾਂਦਾ ਹੈ, ਜਿਵੇਂ ਕਿ ਸਮੁੰਦਰ, ਨਦੀਆਂ, ਝੀਲਾਂ ਆਦਿ। It exists underground also. ਤੇ ਇਹ ਧਰਤੀ ਦੇ ਹੇਠਾਂ ਵੀ ਮੌਜੂਦ ਹੈ। It is on the poles in the form of snow. ਤੇ ਇਹ ਬਰਫ਼ ਦੇ ਰੂਪ ਦੇ ਵਿੱਚ ਵੀ ਪੋਲਸ ਤੇ ਪਾਇਆ ਜਾਂਦਾ ਹੈ, ਧਰਤੀ ਦੇ ਉੱਤੇ ਜਾਂ ਥੱਲੇ ਕਿਨਾਰਿਆਂ ਤੇ। But still,
The percentage of usable water is very less. हालांकि इन्ना पानी है पर फिर भी ਵਰਤਨਯੋਗ ਪਾਣੀ ਦੀ ਜਿਹੜੀ ਪਰਸੈਂਟੇਜ ਹੈ ਉਹ ਬਹੁਤ ਘੱਟ ਹੈਗੀ ਹੈ. Water is used by all living organisms in their daily life. ਪਾਣੀ ਦੀ ਵਰਤੋਂ ਸਾਰੇ ਜੀਵ ਜੰਤੂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਕਰਦੇ ਨੇ. Liquid waste of households and factories is discharged into lakes. ਘਰਾਂ ਦਾ ਫੈਕਟਰੀਆਂ ਦਾ ਜਿਹੜਾ ਵੀ ਵੇਸਟ ਹੁੰਦਾ ਹੈ ਉਹ ਸਿੱਧਾ ਝੀਲਾਂ ਦੇ ਵਿੱਚ ਦਰਿਆ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ. ਦੇਖੋ ਘਰੋਂ ਫੈਕਟਰੀ ਤੋਂ ਹੈ ਕਿ ਨਹੀਂ, ਇਹ ਹੀ ਕਰ ਰਿਹਾ ਵਾਟਰ ਪੋਲਿਊਸ਼ਨ, ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ. ਲੇਕਸ ਐਂਡ ਰਿਵਰਸ ਮੈਂ ਹੁਣੇ ਤੁਹਾਨੂੰ ਦੱਸਿਆ ਇਹ ਸਾਰਾ ਆਪਾਂ ਜਿੰਨਾ ਵੀ ਗੰਦ ਹੁੰਦਾ ਸਾਰਾ ਨਦੀਆਂ ਦੇ ਵਿੱਚ ਛੱਡ ਦਿੰਦੇ ਆ. ਇਟ ਪੋਲਿਊਟਸ ਫਰੈਸ਼ ਵਾਟਰ, ਇਹ ਤਾਜ਼ੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ. Drinking contaminated water causes dangerous diseases like cholera and jaundice in humans. ਤੇ ਦੂਸ਼ਿਤ ਪਾਣੀ ਪੀਣ ਨਾਲ ਮਨੁੱਖਾਂ ਨੂੰ ਬਹੁਤ ਬਿਮਾਰੀਆਂ ਹੋ ਸਕਦੀਆਂ ਜਿਵੇਂ ਹੈਜਾ ਜਾਂ ਫਿਰ ਪੀਲੀਆ. Animals and fish are also dying. ਤੇ ਇਸ ਨਾਲ ਜਾਨਵਰ ਤੇ ਮੱਛੀਆਂ ਦੀ ਵੀ ਮੌਤ ਹੋ ਰਹੀ ਹੈ. Water is necessary for all living organisms. ਪਾਣੀ ਸਾਰੇ ਜੀਵਾਂ ਲਈ ਜ਼ਰੂਰੀ ਹੈ. It is used for irrigation. ਇਸ ਦੀ ਵਰਤੋਂ ਸਿੰਚਾਈ ਲਈ ਵੀ ਕੀਤੀ ਜਾਂਦੀ ਹੈ. Water is used to run steam engines of trains. ਰੇਲ ਗੱਡੀਆਂ ਦੇ ਸਟੀਮ ਇੰਜਨ ਨੂੰ ਚਲਾਉਣ ਦੇ ਲਈ ਵੀ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ. For shipping ਲਈ. For industrial use, ਇੰਡਸਟਰੀਜ਼ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ. For fish farming, ਮੱਛੀ ਪਾਲਣ ਦੇ ਲਈ. In hydroelectric power houses to generate electricity. ਤੇ ਬਿਜਲੀ ਪੈਦਾ ਕਰਨ ਵਾਲੇ ਜਿਹੜੇ ਇਲਾਕੇ ਹੈਗੇ ਨੇ ਉਹਨਾਂ ਵਿੱਚ ਵੀ ਪਾਣੀ ਨੂੰ ਬਹੁਤ ਉਚਾਈ ਤੋਂ ਸਿੱਟਿਆ ਜਾਂਦਾ ਹੈ. ਫਿਰ ਉਹ ਟਰਬਾਈਨ ਚਲਾਉਂਦੇ ਨੇ ਤੇ ਇਹਦੇ ਨਾਲ ਊਰਜਾ ਜਾਂ ਫਿਰ ਬਿਜਲੀ ਪੈਦਾ ਹੁੰਦੀ ਹੈ. ਅੱਗੇ ਹੈ 13th question. In which day-to-day life activities do you use water? ਜੀਵਨ ਦੀ ਕਿਹੜੀਆਂ ਗਤੀਵਿਧੀਆਂ ਦੇ ਵਿੱਚ ਰੋਜ਼ਾਨਾ ਤੁਸੀਂ ਪਾਣੀ ਦੀ ਵਰਤੋਂ ਕਰਦੇ ਹੋ? ਆਨਸਰ ਹੈ ਵਾਟਰ ਸਪੋਰਟਸ ਲਾਈਫ ਔਨ ਅਰਥ. ਪਾਣੀ ਧਰਤੀ ਤੇ ਜੀਵਨ ਸੰਭਵ ਕਰਦਾ ਹੈ. ਵੀ ਯੂਜ਼ ਇਟ ਇਨ ਐਵਰੀਡੇ ਲਾਈਫ ਇਨ ਮੈਨੀ ਵੇਜ਼. ਅਸੀਂ ਇਹਨੂੰ ਰੋਜ਼ਾਨਾ ਜੀਵਨ ਦੇ ਵਿੱਚ ਕਈ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹਾਂ, ਵਰਤੋਂ ਕਰਦੇ ਹਾਂ. ਫॉर ਐਗਜ਼ਾਮਪਲ ਡਰਿੰਕਿੰਗ, ਪੀਣ ਦੇ ਲਈ. ਕੁਕਿੰਗ, ਖਾਣਾ ਪਕਾਉਣ ਦੇ ਲਈ. ਕਲੀਨਿੰਗ ਥਿੰਗਸ, ਸਫਾਈ ਕਰਨ ਦੇ ਲਈ. ਇਨ ਐਗਰੀਕਲਚਰ ਫॉर ਇਰੀਗੇਸ਼ਨ ਪਰਪਸ, ਖੇਤੀਬਾੜੀ ਦੇ ਵਿੱਚ ਤੇ ਨਾਲ ਦੀ ਨਾਲ ਸਿੰਚਾਈ ਦੇ ਵਿੱਚ ਵੀ ਇਹ ਵਰਤਿਆ ਜਾਂਦਾ ਹੈ. ਇੰਡਸਟਰੀਜ਼, ਫਿਸ਼ ਫਾਰਮਿੰਗ ਇੰਡਸਟਰੀਜ਼ ਦੇ ਵਿੱਚ ਵੀ ਤੇ ਮੱਛੀ ਪਾਲਣ ਦੇ ਵਿੱਚ. ਹਾਈਡਰੋ ਇਲੈਕਟ੍ਰਿਸਿਟੀ, ਊਰਜਾ ਪੈਦਾ ਕਰਨ ਦੇ ਲਈ. ਫੋਟੋਸਿੰਥੇਸਿਸ, ਜਿਹਦੇ ਨਾਲ ਪਲਾਂਟਸ ਪੌਦੇ ਆਪਣਾ ਖਾਣਾ ਬਣਾਉਂਦੇ ਨੇ. ਬਿਲਡਿੰਗ ਜਾਂ ਕੰਸਟਰਕਸ਼ਨ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ, ਇਮਾਰਤ ਬਣਾਉਣ ਦੇ ਲਈ. ਟੂ ਰੈਗੂਲੇਟ ਬੋਡੀ ਟੈਂਪਰੇਚਰ, ਸਾਡੇ ਸਰੀਰ ਦਾ ਤਾਪਮਾਨ ਵੀ ਠੀਕ ਰੱਖਣ ਦੇ ਲਈ ਵਰਤਿਆ ਜਾਂਦਾ ਹੈ ਪਾਣੀ. ਪਾਵਰ ਟੂ ਜਨਰੇਟ ਇਲੈਕਟ੍ਰਿਸਿਟੀ, ਬਿਜਲੀ ਪੈਦਾ ਕਰਨ ਦੇ ਲਈ. ਰੀਕ੍ਰੀਏਸ਼ਨਲ ਐਕਟੀਵਿਟੀਜ਼, ਮौज ਮਸਤੀ ਕਰਨ ਦੇ ਲਈ ਜਿਵੇਂ ਸਵਿਮਿੰਗ ਹੋ ਗਈ, ਡੁਬਕੀ ਮਾਰਨੀ ਹੈ. ਟਰਾਂਸਪੋਰਟੇਸ਼ਨ ਲਾਈਕ ਸ਼ਿਪਿੰਗ, ਤੇ ਨਾਲ ਦੀ ਨਾਲ ਆਵਾਜਾਈ ਜਿਵੇਂ ਕਿ ਸ਼ਿਪਿੰਗ. 14th question ਹੈ what steps would you take to curb the wastage and pollution of water during our daily activities? ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਗਤੀਵਿਧੀਆਂ ਦੇ ਵਿੱਚ ਜੋ ਆਪਾਂ ਪਾਣੀ ਇਸਤੇਮਾਲ ਕਰਦੇ ਹਾਂ ਉਹਨੂੰ ਤੁਸੀਂ ਕਿਵੇਂ ਠੀਕ ਕਰੋਗੇ ਤਾਂ ਜੋ ਪਾਣੀ ਜਿਹੜਾ ਹੈ ਉਹ ਦੂਸ਼ਿਤ ਵੀ ਨਾ ਹੋਏ ਤੇ ਬਰਬਾਦ ਵੀ ਨਾ ਹੋਏ? ਇਸ ਦਾ ਆਨਸਰ ਹੈ we can use the following measures to save water. ਪਾਣੀ ਨੂੰ ਬਚਾਉਣ ਲਈ ਅਸੀਂ ਹੇਠ ਲਿਖੇ ਉਪਰਾਲੇ ਕਰ ਸਕਦੇ ਹਾਂ. ਫਰਸਟ, wet cloth can be used to clean the cars. ਕਾਰਾਂ ਨੂੰ ਸਾਫ਼ ਕਰਨ ਦੇ ਲਈ ਅਸੀਂ ਗਿੱਲੇ ਕੱਪੜੇ ਦੀ ਵਰਤੋਂ ਕਰ ਸਕਦੇ ਹਾਂ. Regulate the use of pesticides and insecticides. ਕੀਟਨਾਸ਼ਕ ਦੀ ਵਰਤੋਂ ਨੂੰ ਅਸੀਂ ਨਿਯਮਿਤ ਤੌਰ ਤੇ ਕਰ ਸਕਦੇ ਹਾਂ. Third, water left after washing clothes can be used to wipe and clean the floors. ਕੱਪੜੇ ਧੋਣ ਦਾ ਬਚਿਆ ਹੋਇਆ ਪਾਣੀ ਆਪਾਂ ਵਰਤ ਸਕਦੇ ਹਾਂ ਫਰਸ਼ ਸਾਫ਼ ਕਰਨ ਦੇ ਲਈ ਜਾਂ ਹੋਰ ਚੀਜ਼ਾਂ ਸਾਫ਼ ਕਰਨ ਦੇ ਲਈ. Fourth, discharge toxic chemicals properly. ਜਿਹੜੇ ਜ਼ਹਿਰੀਲੇ
ਕੈਮੀਕਲਸ ਹੈਗੇ ਨੇ, ਰਸਾਇਣ ਹੈਗੇ ਨੇ, ਉਹਨਾਂ ਨੂੰ ਸਹੀ ਢੰਗ ਦੇ ਨਾਲ ਸੁੱਟਣਾ ਚਾਹੀਦਾ ਹੈ। ਫਿਫਥ, use right way to dispose garbage and don't throw household items in toilets। ਕੂੜੇ ਨੂੰ ਖਤਮ ਕਰਨ ਦੇ ਲਈ ਸਹੀ ਢੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਕੋਈ ਵੀ ਘਰ ਦਾ ਸਮਾਨ, ਕੋਈ ਵੀ ਗੰਦ ਸਾਨੂੰ ਟਾਇਲਟ ਵਿੱਚ ਨਹੀਂ ਸਿੱਟਣਾ ਚਾਹੀਦਾ। Sixth, restrict the use of detergents and bleaches and rather move to phosphate-free detergents or environmentally friendly detergents। ਸਾਨੂੰ ਜਿਹੜੇ ਘਾਤਕ ਡਿਟਰਜੈਂਟ ਹੈਗੇ ਨੇ, ਬਲੀਚਸ ਹੈਗੇ ਨੇ ਰੰਗਦਾਰ ਕੱਪੜਿਆਂ ਦੇ ਉੱਤੇ, ਉਹ ਛੱਡ ਕੇ ਸਾਨੂੰ ਫਾਸਫੇਟ ਮੁਫਤ ਡਿਟਰਜੈਂਟ ਵੱਲ ਜਾਂ ਫਿਰ ਜੋ ਵਾਤਾਵਰਣ ਦੇ ਲਈ ਸਹੀ ਹੈਗੇ ਉਹਨਾਂ ਵੱਲ ਵਧਣਾ ਚਾਹੀਦਾ ਹੈ। 7th, prioritize rain water harvesting। ਬਾਰਿਸ਼ ਦਾ ਪਾਣੀ ਸਹੀ ਤਰੀਕੇ ਦੇ ਨਾਲ ਸਟੋਰ ਕਰਕੇ ਜੇ ਵਰਤਿਆ ਜਾਏ ਉਹ ਵੀ ਇੱਕ ਵੱਡਾ ਲਾਭ ਹੁੰਦਾ ਹੈ। 8th, control the use of plastic and move to recyclable options। ਪਲਾਸਟਿਕ ਦੀ ਵਰਤੋਂ ਘਟਾ ਦੇਣੀ ਚਾਹੀਦੀ ਹੈ ਤੇ ਮੁੜ ਉਹਨਾਂ ਚੀਜ਼ਾਂ ਵੱਲ ਚਲੇ ਜਾਣਾ ਚਾਹੀਦਾ ਜੋ ਬਾਰ-ਬਾਰ ਇਸਤੇਮਾਲ ਕੀਤੇ ਜਾ ਸਕਦੇ ਹਨ ਤੇ ਜੋ ਵਾਤਾਵਰਣ ਦੇ ਲਈ ਵੀ ਨੁਕਸਾਨਦਾਇਕ ਨਹੀਂ ਹੈਗੇ ਨੇ। 9th, reuse of water for irrigation after washing vegetables and fruits। ਫਲ ਤੇ ਸਬਜ਼ੀਆਂ ਨੂੰ ਧੋਣ ਤੋਂ ਬਾਅਦ ਆਪਾਂ ਜਿਹੜਾ ਪਾਣੀ ਬਚਦਾ ਹੈ ਉਹਨੂੰ ਸਿੰਚਾਈ ਦੇ ਲਈ ਵਰਤ ਸਕਦੇ हैं। आगे है soil। Like forest, water and air, soil is another important natural resource। पानी, हवा ते जंगलां वांग मिट्टी भी एक बहुत जरूरी कुदरती पदार्थ है, रिसोर्स है। We use soil for building houses, growing plants, making pots and a number of other works। ਅਸੀਂ ਘਰ ਬਣਾਉਣ ਦੇ ਲਈ, ਪੌਦੇ ਉਗਾਉਣ ਦੇ ਲਈ, ਬਰਤਨ ਬਣਾਉਣ ਦੇ ਲਈ ਤੇ ਹੋਰ ਕਈ ਕੰਮਾਂ ਦੇ ਲਈ ਸੋਇਲ ਦੀ ਵਰਤੋਂ ਕਰਦੇ ਆ, ਮਿੱਟੀ ਨੂੰ ਵਰਤਦੇ ਆ। ਬਟ ਸੋਇਲ ਇਜ਼ ਆਲਸੋ ਬੀਇੰਗ ਪੋਲਿਊਟਡ ਵਿਦ ਅ ਨੰਬਰ ਆਫ ਐਕਟੀਵਿਟੀਜ਼। ਪਰ ਇਹ ਜਿਹੜੀ ਮਿੱਟੀ ਹੈ ਇਹ ਵੀ ਦੂਸ਼ਿਤ ਹੋ ਰਹੀ ਹੈ ਬਹੁਤ ਸਾਰੀ ਗਤੀਵਿਧੀਆਂ ਕਰਕੇ। ਯੂਜ਼ਿੰਗ ਫਰਟੀਲਾਈਜ਼ਰਸ ਮੋਰ ਦੈਨ ਐਗਜ਼ੈਕਟ ਰਿਕੁਆਇਰਮੈਂਟ। ਲੋੜ ਤੋਂ ਵੱਧ ਜਦ ਆਪਾਂ ਖਾਦਾਂ ਵਰਤਦੇ ਆ। Throwing polythene and plastic, polythene या plastic सुट्टन दे नाल भी soil खराब होंदी है। Using insecticides more than requirement, कीटनाशकां दी लोड़ तो वध वरतों करनी। Using pesticides more than exact requirement, ते नाल दी नाल आपां ये कह सकते हैं होर जेड़ी छिड़काव हुंदे आ उन्हां दी भी लोड़ तो वध जे आपां सिटीए ਉਹ भी soil ਨੂੰ खराब करदे ने। Erosion of soil due to wind storms, ਹਨੇਰੀ ਤੂਫਾਨ ਕਾਰਨ ਮਿੱਟੀ ਦਾ ਉੜਨਾ। ਵਾਸ਼ਿੰਗ ਆਫ ਫਰਟਾਈਲ ਟੌਪ ਸੋਇਲ ਬਾਈ ਫਲੱਡਸ, ਹੜ੍ਹਾਂ ਦੁਆਰਾ ਜਿਹੜੀ ਉਪਜਾਊ ਮਿੱਟੀ ਹੈ ਉਹ ਉੱਡ ਜਾਂਦੀ ਹੈ, ਖਰਾਬ ਹੋ ਜਾਂਦੀ ਹੈ, ਵਹਿ ਜਾਂਦੀ ਹੈ। ਅਨਕੰਟਰੋਲਡ ਡਿਗਿੰਗ ਆਫ ਮਾਊਂਟੇਨਸ, ਬੇਕਾਬੂ ਖੁਦਾਈ ਕਰਦੇ ਰਹਿਣਾ ਪਹਾੜਾਂ ਦੀ, ਉਹ ਵੀ ਸੋਇਲ ਨੂੰ ਦੂਸ਼ਿਤ ਕਰਦੀ ਹੈ। ਆ ਦੇਖੋ ਤਸਵੀਰ 'ਚ ਤੁਸੀਂ ਦੇਖ ਰਹੇ ਹੋਗੇ ਪੋਲੀਥੀਨ ਗਾਰਬੇਜ ਕਰਕੇ ਕਿੰਨਾ ਸੋਇਲ ਪੋਲਿਊਸ਼ਨ ਹੋ ਰਿਹਾ ਹੈ। ਸਾਨੂੰ ਆਮ ਤੌਰ ਤੇ ਤਾਂ ਸਮਝ ਨਹੀਂ ਆਉਂਦਾ ਬਟ ਇਹ ਪੋਲਿਊਸ਼ਨ ਕਰਦਾ ਹੈ। 15th question, in which day-to-day life activities do you use soil? ਤੁਸੀਂ ਰੋਜ਼ਾਨਾ ਜੀਵਨ ਵਿੱਚ ਕਿਹੜੀਆਂ ਗਤੀਵਿਧੀਆਂ ਦੇ ਵਿੱਚ soil ਦੀ ਵਰਤੋਂ ਕਰਦੇ ਹੋ? ਇਹਦਾ ਆਨਸਰ ਹੈ soil is used in various ways in day-to-day life। ਰੋਜ਼ਾਨਾ ਜੀਵਨ ਵਿੱਚ ਮਿੱਟੀ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ। It is used to make bricks in construction, to make utensils in recreational activities, makeup, to grow plants and to filter and purify water। ਇਸ ਦੀ ਵੱਖ-ਵੱਖ ਵਰਤੋਂ ਇੱਟਾਂ ਬਣਾਉਣ ਦੇ ਲਈ, ਕੰਸਟਰਕਸ਼ਨ ਦੇ ਲਈ, ਬਰਤਨ ਬਣਾਉਣ ਦੇ ਲਈ, ਹੋਰ ਸਵਿਮਿੰਗ ਵਗੈਰਾ ਮਸਤੀ ਕਰਨ ਦੇ ਲਈ, ਮੇਕਅਪ ਦਾ ਸਮਾਨ ਵੀ ਇਸ ਤੋਂ ਬਣਦਾ ਹੈ, ਪੌਦੇ ਉਗਾਉਣ ਤੇ ਪਾਣੀ ਨੂੰ ਸਾਫ਼ ਕਰਨ ਦੇ ਲਈ ਵੀ, ਸ਼ੁੱਧ ਕਰਨ ਦੇ ਲਈ, ਫਿਲਟਰ ਕਰਨ ਦੇ ਲਈ ਵੀ ਸੋਇਲ ਦੀ ਵਰਤੋਂ ਕੀਤੀ ਜਾਂਦੀ ਹੈ। 16th question, give suggestion to reduce soil pollution। ਮਿੱਟੀ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਤੁਸੀਂ ਕੀ ਸੁਝਾਅ ਦਿਓਗੇ? Following steps can be followed to control or reduce soil erosion। ਹੇਠ ਲਿਖੇ ਚੀਜ਼ਾਂ ਅਸੀਂ ਉਹਨਾਂ ਦਾ ਪਾਲਣ ਕਰ ਸਕਦੇ ਹਾਂ ਜੇ ਅਸੀਂ ਸੋਇਲ ਦਾ ਪ੍ਰਦੂਸ਼ਣ ਘਟਾਉਣਾ ਹੈ ਜਾਂ ਉਹਨੂੰ ਨਿਯੰਤਰਿਤ ਕਰਨਾ ਹੈ। ਪਹਿਲਾ, restrict the use of chemical fertilizers। ਜਿਹੜੇ ਆਪਾਂ ਕੀਟਨਾਸ਼ਕ ਵਰਤਦੇ ਆ ਉਹਨਾਂ ਤੇ ਪਾਬੰਦੀ ਲਾਣੀ ਚਾਹੀਦੀ ਹੈ। ਸੇ ਨੋ ਟੂ ਪੋਲੀਥੀਨ, ਪਲਾਸਟਿਕ ਐਂਡ ਥਰਮੋਕੋਲ। ਤੇ ਨਾਲ ਦੀ ਨਾਲ ਸਾਨੂੰ ਪੋਲੀਥੀਨ, ਪਲਾਸਟਿਕ
ਤੇ ਥਰਮਾਕੋਲ ਵੀ ਨਹੀਂ ਵਰਤਣਾ ਚਾਹੀਦਾ। Regulate the use of insecticides, pesticides and weedicide and support crop rotation। ਕੀਟਨਾਸ਼ਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਘੱਟ ਵਰਤੋਂ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਇੱਕੋ ਫਸਲ ਨਹੀਂ ਉਗਾਉਣੀ ਚਾਹੀਦੀ। ਜਿਵੇਂ ਕਈ ਵਾਰ ਹੁੰਦਾ ਹੈ ਕਿਸੇ ਰਾਜ ਦੇ ਵਿੱਚ ਸਿਰਫ ਰਾਈਸ ਉਗਾਇਆ ਜਾਂਦਾ ਹੈ, ਉਦਾਂ ਨਹੀਂ ਹੋਣਾ ਚਾਹੀਦਾ। ਕ੍ਰੌਪ ਰੋਟੇਸ਼ਨ ਹੋਣੀ ਚਾਹੀਦੀ ਹੈ, ਕਦੇ ਕੋਈ ਕ੍ਰੌਪ ਤੇ ਕਦੇ ਕੋਈ, ਤਾਂ ਜੋ ਸੋਇਲ ਦੀ ਜਿਹੜੀ ਉਪਜਾਊਪਨ ਹੈਗਾ ਉਹ ਬਰਕਰਾਰ ਰਹੇ। ਫੋਰਥ, ਫੋਲੋ ਪ੍ਰੋਪਰ ਸੋਲਿਡ ਵੇਸਟ ਟ੍ਰੀਟਮੈਂਟ। ਜਿਹੜਾ ਵੇਸਟ ਹੁੰਦਾ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਸਿੱਟਣਾ, ਇਹ ਵੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ। ਫਿਫਥ, ਪਲਾਂਟ ਮੋਰ ਟਰੀਜ਼ ਟੂ ਕੰਟਰੋਲ ਸੋਇਲ ਇਰੋਜਨ। ਵੱਧ ਤੋਂ ਵੱਧ ਰੁੱਖ ਲਾਣੇ ਚਾਹੀਦੇ ਨੇ soil pollution ਨੂੰ ਕੰਟਰੋਲ ਕਰਨ ਦੇ ਲਈ। Sixth, work on ways to deal with industrial waste that gets dumped on land and pollutes the soil। ਜਿਹੜੇ ਇੰਡਸਟਰੀਜ਼ ਦਾ ਵੇਸਟ ਹੁੰਦਾ ਹੈ ਉਹ ਜ਼ਮੀਨ ਤੇ ਇਕੱਠਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸੋਇਲ ਨੂੰ ਦੂਸ਼ਿਤ ਕਰਦਾ ਹੈ ਤੇ ਸਾਨੂੰ ਉਹਨੂੰ ਖਤਮ ਕਰਨ ਦੇ ਲਈ ਤਰੀਕੇ ਲੱਭਣੇ ਚਾਹੀਦੇ ਨੇ ਸਹੀ। ਤੇ 7th, spread awareness, ਜਾਗਰੂਕਤਾ ਫੈਲਾਓ। ਅੱਗੇ ਹੈ for teacher, ਅਧਿਆਪਕ ਲਈ। To show the importance of soil, students should be asked to make toy pots from soil ਜਾਂ clay। ਮਿੱਟੀ ਦੀ ਮਹੱਤਤਾ ਨੂੰ ਦਰਸਾਉਣ ਦੇ ਲਈ ਵਿਦਿਆਰਥੀਆਂ ਨੂੰ ਮਿੱਟੀ ਦੇ ਖਿਡੌਣੇ ਜਾਂ ਬਰਤਨ ਬਣਾਉਣ ਦੇ ਲਈ ਕਿਹਾ ਜਾ ਸਕਦਾ ਹੈ। ਠੀਕ ਹੈ ਬੱਚਿਓ, ਤੁਸੀਂ ਇਹ ਗਤੀਵਿਧੀ ਕਰ ਸਕਦੇ ਹੋ। ਅੱਗੇ ਹੈ ਨॉन ਰੀਨਿਊਏਬਲ ਨੈਚੁਰਲ ਰਿਸੋਰਸਿਸ, ਜਿਹੜੇ ਆਪਾਂ ਬਾਰ-ਬਾਰ ਵਰਤ ਕੇ ਇਸਤੇਮਾਲ ਛੇਤੀ ਦੇ ਨਹੀਂ ਕਰ ਸਕਦੇ, ਉਹਨਾਂ ਨੂੰ ਵਾਪਸ ਆਉਣ ਦੇ ਲਈ ਬਹੁਤ ਲੰਬਾ ਸਮਾਂ ਲੱਗਦਾ ਹੈ, ਸੈਂਕੜੇ ਸਾਲ ਲੱਗ ਜਾਂਦੇ ਆ। Coal, petroleum and natural gas are all non-renewable resources as it takes millions of years to replenish them। Coal, petroleum ਤੇ natural gas ਇਹ ਸਾਰੇ non-renewable resources ਹਨ ਕਿਉਂਕਿ ਇਹਨਾਂ ਨੂੰ ਵਾਪਸ ਭਰਨ ਦੇ ਲਈ ਲੱਖਾਂ ਸਾਲ ਲੱਗ ਜਾਂਦੇ ਨੇ। In nature, they are present in a limited amount। ਕੁਦਰਤ ਵਿੱਚ ਇਹ ਸੀਮਿਤ ਮਾਤਰਾ ਵਿੱਚ ਮੌਜੂਦ ਹੁੰਦੇ ਹਨ। They are being used at a faster rate and are thus being depleted। ਤੇ ਉਹ ਤੇਜ਼ੀ ਨਾਲ ਵਰਤੇ ਜਾ ਰਹੇ ਨੇ ਤੇ ਇਸ ਤਰ੍ਹਾਂ ਉਹ ਖਤਮ ਹੋ ਰਹੇ ਨੇ। This is why they are getting costlier day by day। ਇਹੀ ਕਾਰਨ ਹੈ ਕਿ ਦਿਨੋਂ ਦਿਨ ਉਹ ਮਹਿੰਗੇ ਹੁੰਦੇ ਜਾ ਰਹੇ ਨੇ ਕਿਉਂਕਿ ਜ਼ਿਆਦਾ ਮਾਤਰਾ ਦੇ ਵਿੱਚ ਹੈਗੇ ਹੀ ਨਹੀਂ। Coal is used in thermal plants to generate electricity, in steam engines to make steam, and in kilns to generate heat। ਬਿਜਲੀ ਪੈਦਾ ਕਰਨ ਦੇ ਲਈ ਆਪਾਂ ਕੋਲ ਵਰਤਦੇ ਹਾਂ ਤੇ ਨਾਲ ਦੀ ਨਾਲ ਸਟੀਮ ਇੰਜਨ ਉਹਨੂੰ ਚਲਾਉਣ ਦੇ ਲਈ ਵੀ, ਸਟੀਮ ਬਣਾਉਣ ਦੇ ਲਈ ਵੀ ਕੋਲ ਵਰਤਿਆ ਜਾਂਦਾ ਹੈ ਤੇ ਨਾਲ ਦੀ ਨਾਲ ਭੱਠੀਆਂ ਦੇ ਵਿੱਚ ਵੀ ਇੱਟਾਂ ਬਣਾਉਣ ਦੇ ਲਈ ਵੀ ਆਪਾਂ ਕੋਲ ਵਰਤਦੇ ਹਾਂ। ਬੱਚਿਓ ਇਹ ਧਿਆਨ ਰੱਖਿਓ, ਇਹਨੂੰ ਆਪਾਂ ਕਿਲ ਕਹੀਦਾ, ਕਿਲਨ ਨਹੀਂ ਕਹੀਦਾ ਕਿਉਂਕਿ ਐਨ ਜਿਹੜਾ ਹੈ ਉਹ ਸਾਇਲੈਂਟ ਹੁੰਦਾ, ਉਹਦੀ ਕੋਈ ਵੀ ਆਵਾਜ਼ ਨਹੀਂ ਆਉਂਦੀ। ਤੇ ਧਿਆਨ ਰੱਖਿਓ ਕਿਲ ਕਿਹਾ ਜਾਂਦਾ ਹੈ ਜਿੱਥੇ ਭੱਠੀ ਕਹੀਦਾ ਜਾਂ ਇੱਟਾਂ ਬਣਦੀਆਂ ਨੇ। ਅੱਗੇ ਹੈ ਪੈਟਰੋਲ, ਡੀਜ਼ਲ, ਕੈਰੋਸੀਨ ਆਇਲ ਐਂਡ ਪੈਟਰੋਲੀਅਮ ਗੈਸ ਆਰ obtained from ਪੈਟਰੋਲੀਅਮ। ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ, ਮਿੱਟੀ ਦਾ ਤੇਲ ਹੋ ਗਿਆ ਤੇ ਪੈਟਰੋਲੀਅਮ ਗੈਸ, ਇਹ ਸਾਰੇ ਸਾਨੂੰ ਪੈਟਰੋਲ ਤੋਂ ਪ੍ਰਾਪਤ ਹੁੰਦੇ ਨੇ, ਮਿਲਦੇ ਨੇ। ਪੈਟਰੋਲ ਐਂਡ ਡੀਜ਼ਲ ਆਰ ਯੂਜ਼ਡ ਇਨ ਟਰਾਂਸਪੋਰਟੇਸ਼ਨ। ਤੇ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਆਪਾਂ ਆਵਾਜਾਈ ਦੇ ਵਿੱਚ ਵੀ ਕਰਦੇ ਹਾਂ। ਪੈਟਰੋਲ, ਗੈਸ ਐਂਡ ਕੈਰੋਸੀਨ ਆਰ ਯੂਜ਼ਡ ਫॉर ਕੁਕਿੰਗ। ਤੇ ਪੈਟਰੋਲ ਗੈਸ ਤੇ ਮਿੱਟੀ ਦਾ ਤੇਲ ਆਪਾਂ ਖਾਣਾ ਪਕਾਉਣ ਦੇ ਵਿੱਚ ਵਰਤਦੇ ਹਾਂ। ਟੂ ਗਿਵ ਲਾਈਟ, ਰੋਸ਼ਨੀ ਦੇਣ ਦੇ ਲਈ, ਐਂਡ ਟੂ ਹੀਟ ਦ ਵਾਟਰ, ਤੇ ਪਾਣੀ ਨੂੰ ਗਰਮ ਕਰਨ ਦੇ ਲਈ ਵੀ ਵਰਤਿਆ ਜਾਂਦਾ ਹੈ ਕਿ ਨਹੀਂ, ਬਹੁਤ ਸਾਰੀ ਥਾਵਾਂ ਤੇ ਵਰਤਿਆ ਜਾਂਦਾ ਹੈ। Besides the above mentioned uses, these resources have many other uses। ਉਪਰੋਕਤ ਥਾਵਾਂ ਤੇ ਵਰਤੇ ਜਾਣ ਤੋਂ ਇਲਾਵਾ ਇਹਨਾਂ ਦੀ ਹੋਰ ਬਹੁਤ ਥਾਵਾਂ ਤੇ ਵਰਤੋਂ ਕੀਤੀ ਜਾਂਦੀ ਹੈ। ਇੱਥੇ ਦਿੱਤੀ ਹੋਈ ਹੈ ਬੱਚਿਓ ਐਕਟੀਵਿਟੀ 3, which certificate regarding pollution is essential for a driver। ਪ੍ਰਦੂਸ਼ਣ ਸੰਬੰਧਿਤ ਕਿਹੜਾ ਸਰਟੀਫਿਕੇਟ ਡਰਾਈਵਰ ਦੇ ਲਈ ਜ਼ਰੂਰੀ ਹੁੰਦਾ ਹੈ? This certificate is related to the protection of which natural resource। ਇਹ ਸਰਟੀਫਿਕੇਟ ਕਿਸ ਕੁਦਰਤੀ ਸਰੋਤ ਦੀ ਸੁਰੱਖਿਆ ਲਈ ਸੰਬੰਧਿਤ ਹੈਗਾ। Try to find out with the help of your teacher। ਜਾਣਨ ਦੀ ਕੋਸ਼ਿਸ਼ ਕਰੋ ਆਪਣੇ ਅਧਿਆਪਕ ਦੀ
ਮਦਦ ਦੇ ਨਾਲ। ਆ ਦੇਖੋ ਇੱਥੇ ਬਣਾਇਆ ਹੋਇਆ ਪੋਲਿਊਸ਼ਨ ਕੰਟਰੋਲ ਸਰਟੀਫਿਕੇਟ। आओ ਇਹਦੇ ਬਾਰੇ ਸਮਝੀਏ। Pollution control certificate is essential for a driver. Pollution control certificate driver ਲਈ ਜ਼ਰੂਰੀ ਹੈ। It talks about emission made by the vehicle and if it is in line with standard pollution norms. ਇਹ ਵਾਹਨਾਂ ਦੁਆਰਾ ਪ੍ਰਦੂਸ਼ਣ ਕਿੰਨਾ ਕੀਤਾ ਜਾ ਰਿਹਾ ਹੈ ਉਹਨੂੰ ਚੈੱਕ ਕਰਦਾ ਹੈ ਤੇ ਜਿੰਨਾ ਪੋਲਿਊਸ਼ਨ ਠੀਕ ਹੈਗਾ ਕਿ ਉਹਦੀ ਸੀਮਾ ਦੇ ਵਿੱਚ ਹੈਗਾ ਉਹ ਵਾਹਨ ਜਾਂ ਨਹੀਂ ਇਹਨੂੰ ਵੀ ਦਰਸਾਉਂਦਾ ਹੈ ਤੇ ਜੇਕਰ ਇਹ ਨਿਰਧਾਰਿਤ ਸੀਮਾ ਦੇ ਵਿੱਚ ਨਹੀਂ ਹੈਗਾ ਤਾਂ ਫਿਰ ਜਾਂਚ ਕੀਤੀ ਜਾਂਦੀ ਹੈ। This certificate is issued to make sure that the vehicle is not harmful to the environment. ਇਹ ਸਰਟੀਫਿਕੇਟ ਇਹ ਯਕੀਨ ਦਿਲਾਉਂਦਾ ਹੈ, ਇਸ ਲਈ ਵੀ ਬਣਾਇਆ ਜਾਂਦਾ ਹੈ ਕਿ ਵਾਹਨ ਜਿਹੜਾ ਹੈ ਆਪਾਂ ਚਲਾ ਰਹੇ ਹਾਂ ਉਹ ਵਾਤਾਵਰਣ ਦੇ ਲਈ ਹਾਨੀਕਾਰਕ ਨਹੀਂ ਹੈ, ਜ਼ਿਆਦਾ ਪੋਲਿਊਸ਼ਨ ਨਹੀਂ ਕਰ ਰਿਹਾ। It has been made compulsory to carry a valid pollution control certificate. ਤੇ ਇਸ ਨੂੰ ਸਰਟੀਫਿਕੇਟ ਨੂੰ ਨਾਲ ਲੈ ਕੇ ਜਾਣਾ ਲਾਜ਼ਮੀ ਕਰ ਦਿੱਤਾ ਗਿਆ, ਕੰਪਲਸਰੀ ਹੈਗਾ। ਹੁਣ ਹਰ ਵਾਹਨ ਚਲਾਉਣ ਵਾਲੇ ਕੋਲ ਇਹ ਸਰਟੀਫਿਕੇਟ ਹੋਣਾ ਚਾਹੀਦਾ। ਅੱਗੇ ਹੈ ਐਕਟੀਵਿਟੀ 4। Ask your mother which fuel does she use in the kitchen. ਆਪਣੇ ਮਾਤਾ ਜੀ ਨੂੰ ਪੁੱਛੋ ਕਿ ਉਹ ਰਸੋਈ ਵਿੱਚ ਕਿਹੜਾ ਬਾਲਣ ਵਰਤਦੇ ਨੇ। Is it a renewable or non-renewable resource? ਕੀ ਇਹ renewable ਹੈਗਾ ਜਾਂ non-renewable? What steps does she take to save the fuel? ਤੇ ਉਹ ਕੀ ਉਪਰਾਲੇ ਕਰਦੇ ਨੇ ਉਹਨੂੰ ਬਚਾਉਣ ਦੇ ਲਈ। ਮੈਂ ਜੋ ਦੇਖਿਆ ਉਹ ਹੈਗਾ solid biomass stove ਜੋ ਵਰਤਦੇ ਨੇ। ਇਹ renewable source ਹੈਗਾ ਤੇ ਇਹਦੀ renewable use ਹੈਗੀ, ਇਹਨੂੰ ਵਰਤਿਆ ਜਾ ਸਕਦਾ ਹੈ। Solar cooker ਜੋ ਸੂਰਜ ਦੀ ਊਰਜਾ ਨਾਲ ਚੱਲਦਾ ਹੈ, renewable, uses heat and energy from the sun to cook food. ਸੂਰਜ ਦੀ ਊਰਜਾ ਤੇ એનર્ਜੀ ਲੈਂਦਾ ਹੈ ਖਾਣਾ ਪਕਾਉਣ ਦੇ ਲਈ। ਕੋਲ ਕਈ ਵਾਰ ਵਰਤਿਆ ਜਾਂਦਾ ਹੈ ਜੋ ਹੈ ਨਾਨ ਰੀਨਿਊਏਬਲ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਸੋਲਰ ਕੁੱਕਰ ਇਸਤੇਮਾਲ ਕਰਨ ਦੀ, ਯੂਜ਼ ਰੀਨਿਊਏਬਲ ਰਿਸੋਰਸਸ। ਫਿਰ ਹੈਗੇ ਜੀ LPG, ਉਹ ਵੀ ਲਿਕੁਇਫਾਈਡ ਪੈਟਰੋਲੀਅਮ ਗੈਸ ਨਾਨ ਰੀਨਿਊਏਬਲ ਰਿਸੋਰਸ ਹੈਗਾ ਤੇ ਮੈਂ ਫਿਰ ਮੇਰੇ ਘਰ ਦੇ ਕਹਿੰਦੇ ਨੇ ਵੀ ਯੂਜ਼ renewable resources। ਤੇ ਇੱਕ ਹੈਗਾ ਬਾਇਓਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਹੈ renewable। ਹੁਣ ਇਹ ਕਿੱਦਾਂ ਬਣਦੀ ਹੈ? cow dung and manure is converted to biofuel using aerobic digestion and is environment friendly। ਗਾਂ ਦਾ ਜਿਹੜਾ ਗੋਬਰ ਹੁੰਦਾ ਹੈ ਖਾਦ ਹੋ ਗਈ, ਆਕਸੀਜਨ ਤੋਂ ਬਿਨਾ ਇਹ ਫਿਊਲ ਦੇ ਵਿੱਚ ਬਦਲਿਆ ਜਾਂਦਾ ਹੈ ਤੇ ਇਹ ਵਾਤਾਵਰਣ ਦੇ ਲਈ ਵੀ ਨੁਕਸਾਨਦਾਇਕ ਨਹੀਂ ਹੈ। ਅੱਗੇ ਹੈ 17th question। List of some non-renewable resources is given below. ਹੇਠਾਂ ਸੂਚੀ ਦਿੱਤੀ ਗਈ ਹੈ non-renewable resources ਦੀ। Write their uses in front of their names। ਤੇ ਇਹ ਕਿੱਥੇ ਕਿੱਥੇ ਵਰਤੇ ਜਾਂਦੇ ਨੇ ਉਹ ਇੱਥੇ ਆਪਾਂ ਲਿਖਣਾ ਹੈ। ਕੋਲ ਹੈਗਾ, ਪੈਟਰੋਲੀਅਮ, ਡੀਜ਼ਲ, ਕੈਰੋਸੀਨ ਆਇਲ, ਕੁਕਿੰਗ ਗੈਸ ਜਾਂ ਫਿਰ ਉਹਨੂੰ ਆਪਾਂ LPG ਕਹੀਦਾ, ਕਿੱਥੇ ਕਿੱਥੇ ਵਰਤਿਆ ਜਾਂਦਾ ਹੈ। ਇੱਥੇ ਹੈਗਾ ਸਭ ਤੋਂ ਪਹਿਲਾ ਕੋਲ। Generation of electricity in industries to produce steel, to make cosmetics and face packs, to manufacture paper। ਕੋਲ ਕਿੱਥੇ ਕਿੱਥੇ ਵਰਤਿਆ ਜਾਂਦਾ ਹੈ? ਬਿਜਲੀ ਪੈਦਾ ਕਰਨ ਦੇ ਲਈ, ਇੰਡਸਟਰੀਜ਼ ਦੇ ਵਿੱਚ ਮੇਕਅਪ ਦਾ ਸਮਾਨ, ਫੇਸ ਪੈਕ ਬਣਾਉਣ ਦੇ ਲਈ ਤੇ ਨਾਲ ਦੀ ਨਾਲ ਪੇਪਰ ਬਣਾਉਣ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਪੈਟਰੋਲ to generate electricity as fuel in vehicles ਤੇ ਹੀਟਿੰਗ ਤੇ ਲਾਈਟਿੰਗ ਦੇ ਲਈ। ਪੈਟਰੋਲ ਬਿਜਲੀ ਪੈਦਾ ਕਰਨ ਦੇ ਲਈ, ਵਾਹਨ ਦੇ ਵਿੱਚ ਬਾਲਣ, ਕੁਝ ਚੀਜ਼ ਗਰਮ ਕਰਨ ਦੇ ਲਈ ਤੇ ਬਿਜਲੀ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। ਡੀਜ਼ਲ used as fuel in transportation, power generation to move military trucks, tanks and vehicles। ਡੀਜ਼ਲ ਆਵਾਜਾਈ ਦੇ ਵਿੱਚ ਬਾਲਣ ਦੇ ਵਜੋਂ ਵਰਤਿਆ ਜਾਂਦਾ ਹੈ, ਬਿਜਲੀ ਪੈਦਾ ਕਰਨ ਤੇ ਨਾਲ ਦੀ ਨਾਲ ਫੌਜੀ ਟਰੱਕਾਂ, ਟੈਂਕਾਂ ਤੇ ਵਾਹਨਾਂ ਨੂੰ ਮੂਵ ਕਰਨ ਦੇ ਲਈ। ਕੈਰੋਸੀਨ ਆਇਲ used to burn lamps। ਮਿੱਟੀ ਦੇ ਤੇਲ ਨੂੰ ਦੀਵੇ ਬਾਲਣ ਦੇ ਲਈ ਵਰਤਿਆ ਜਾਂਦਾ ਹੈ। used in insecticides and greases। ਕੀਟਨਾਸ਼ਕਾਂ ਦੇ ਵਿੱਚ ਜਾਂ ਗਰੀਸਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। used in heaters and furnaces ਤੇ ਇਸ ਨੂੰ ਹੀਟਰਾਂ ਤੇ ਭੱਠੀਆਂ ਵਿੱਚ ਵੀ ਵਰਤਿਆ ਜਾਂਦਾ ਹੈ। stoves for cooking ਤੇ ਬਾਲਣ ਦੇ ਤੌਰ ਤੇ ਵੀ ਖਾਣਾ ਪਕਾਉਣ ਦੇ ਲਈ ਵਰਤਿਆ ਜਾਂਦਾ ਹੈ। ਕੁਕਿੰਗ ਗੈਸ ਔਰ LPG ਕੁਕਿੰਗ ਫਿਊਲ
ਖਾਣਾ ਬਣਾਉਣ ਦੇ ਲਈ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ। ਫॉर ਵਹੀਕਲਸ ਵਾਹਨਾਂ ਦੇ ਵਿੱਚ। ਇੰਡਸਟਰੀਅਲ ਫਿਊਲ ਉਹ ਇੰਡਸਟਰੀਜ਼ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਟੂ ਪ੍ਰੋਡਿਊਸ ਇਲੈਕਟ੍ਰਿਸਿਟੀ ਬਿਜਲੀ ਪੈਦਾ ਕਰਨ ਦੇ ਲਈ। ਪੇਪਰ ਇੰਡਸਟਰੀ ਦੇ ਵਿੱਚ ਵੀ। ਐਂਡ ਫੂਡ ਪ੍ਰੋਸੈਸਿੰਗ ਜਿਹੜੇ ਫੂਡ ਦੀ ਪੈਕੇਜਿੰਗ ਹੋ ਕੇ ਮਿਲਦੀ ਹੈ ਨਾ ਉਹਦੇ ਵਿੱਚ ਵੀ LPG ਵਰਤਿਆ ਜਾਂਦਾ ਹੈ। ਅੱਗੇ ਦੱਸਿਆ ਹੋਇਆ ਮਿਸਟਰ MC Mehta is a prominent lawyer and an environment lover in India। ਸ਼੍ਰੀ MC Mehta ਭਾਰਤ ਵਿੱਚ ਇੱਕ ਉੱਘੇ ਵਕੀਲ ਹੈਗੇ ਨੇ ਤੇ ਵਾਤਾਵਰਣ ਪ੍ਰੇਮੀ ਵੀ ਹਨ। He has filed a number of cases in Supreme Court to save the environment and Taj Mahal in Agra from turning black due to pollution। ਤੇ ਇਹਨਾਂ ਨੇ ਆਗਰਾ ਵਿੱਚ ਤਾਜ ਮਹਿਲ ਤੇ ਨਾਲ ਦੀ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਕਈ ਕੇਸ ਦਰਜ ਕੀਤੇ ਨੇ ਕਿਉਂਕਿ ਇਹ ਸਾਰੀ ਇਮਾਰਤਾਂ ਕਾਲੀਆਂ ਹੁੰਦੀਆਂ ਜਾ ਰਹੀਆਂ ਪ੍ਰਦੂਸ਼ਣ ਕਰਕੇ। ਸੁਪਰੀਮ ਕੋਰਟ ਹੈਜ਼ ਇਸ਼ੂਡ ਆਰਡਰਸ ਟੂ ਗਵਰਨਮੈਂਟ ਆਫ ਇੰਡੀਆ ਟੂ ਰਿਡਿਊਸ ਪੋਲਿਊਸ਼ਨ ਤੇ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਪ੍ਰਦੂਸ਼ਣ ਘਟਾਉਣ ਦੇ ਲਈ ਹੁਕਮ ਜਾਰੀ ਕੀਤੇ ਨੇ। Notices were issued to factories located around the Taj Mahal either to reduce pollution or to close the factories। ਤੇ ਤਾਜ ਮਹਿਲ ਦੇ ਆਲੇ ਦੁਆਲੇ ਵੀ ਜਿਹੜੀ ਫੈਕਟਰੀਆਂ ਹੈਗੀਆਂ ਉਹਨਾਂ ਨੂੰ ਵੀ ਨੋਟਿਸ ਦਿੱਤੇ ਗਏ ਨੇ ਕਿ ਜਾਂ ਤਾਂ ਪ੍ਰਦੂਸ਼ਣ ਘਟਾਓ ਜਾਂ ਫਿਰ ਫੈਕਟਰੀਆਂ ਬੰਦ ਕਰ ਦਿੱਤੀਆਂ ਜਾਣ। As a result, Government of India has taken several steps to save the environment। ਤੇ ਨਤੀਜੇ ਵਜੋਂ ਆਪਾਂ ਕਹਿ ਸਕਦੇ ਹਾਂ ਭਾਰਤ ਸਰਕਾਰ ਨੇ ਵਾਤਾਵਰਣ ਨੂੰ ਬਚਾਉਣ ਦੇ ਲਈ ਕਈ ਕਦਮ ਚੁੱਕੇ। Children, you must have understood that all natural resources are very important for us। ਬੱਚਿਓ ਤੁਸੀਂ ਸਮਝ ਚੁੱਕੇ ਹੋਵੋਗੇ ਹੁਣ ਤੱਕ ਕਿ ਸਾਰੇ ਕੁਦਰਤੀ ਰਿਸੋਰਸਸ ਸਾਡੇ ਲਈ ਬਹੁਤ ਮਹੱਤਵਪੂਰਨ ਨੇ। Not only human beings but also other living organisms have equal rights to use them। ਨਾ ਕੇਵਲ ਮਨੁੱਖ ਸਗੋਂ ਬਾਕੀ ਦੇ ਜਿਹੜੇ ਜੀਵ ਜੰਤੂ ਹੈਗੇ ਨੇ ਇਹਨਾਂ ਨੂੰ ਵੀ ਇਹ ਰਿਸੋਰਸਸ ਦੀ ਵਰਤੋਂ ਕਰਨ ਦੀ ਪੂਰਾ ਅਧਿਕਾਰ ਹੈਗਾ, ਪੂਰੀ ਛੁੱਟ ਹੈਗੀ ਹੈ। They also have equal rights to live on the earth like human beings। ਤੇ ਉਹਨਾਂ ਨੂੰ ਵੀ ਮਨੁੱਖਾਂ ਵਾਂਗ ਧਰਤੀ ਤੇ ਰਹਿਣ ਦਾ ਬਰਾਬਰ ਅਧਿਕਾਰ ਹੈ। We should use natural resources judiciously so that coming generations and all other living beings may also live peacefully on earth। ਤੇ ਸਾਨੂੰ ਇਹ ਕੁਦਰਤੀ ਰਿਸੋਰਸਸ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਤੇ ਹੋਰ ਸਾਰੇ ਜੀਵ ਜੰਤੂ ਧਰਤੀ ਤੇ ਇਹਨੂੰ ਸ਼ਾਂਤੀ ਨਾਲ ਵਰਤ ਸਕਣ ਤੇ ਰਹਿ ਸਕਣ। ਠੀਕ ਹੈ ਬੱਚਿਓ, ਅੱਗੇ ਹੈ ਥਿੰਗਸ ਟੂ ਰਿਮੈਂਬਰ, ਯਾਦ ਰੱਖਣ ਯੋਗ ਗੱਲਾਂ। We should make sensible use of land for making our house। ਸਾਨੂੰ ਆਪਣਾ ਘਰ ਬਣਾਉਣ ਲਈ ਜ਼ਮੀਨ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। Due to the increasing population, forests are cut to build flats and houses। ਵੱਧਦੀ ਆਬਾਦੀ ਕਾਰਨ ਫਲੈਟਸ ਬਣਾਉਣ ਦੇ ਲਈ ਜੰਗਲ ਕੱਟੇ ਜਾ ਰਹੇ ਨੇ। Earth is the home of different living beings, that is animals, birds and insects। ਧਰਤੀ ਵੱਖ-ਵੱਖ ਜੀਵਾਂ ਦਾ ਘਰ ਹੈ ਜਿਵੇਂ ਜਾਨਵਰ, ਪੰਛੀ ਤੇ ਕੀੜੇ। Man is continuously misusing the natural resources। ਮਨੁੱਖ ਕੁਦਰਤੀ ਰਿਸੋਰਸਸ ਨੂੰ ਲਗਾਤਾਰ ਉਹਨਾਂ ਦੀ ਦੁਰਵਰਤੋਂ ਕਰਦਾ ਜਾ ਰਿਹਾ ਹੈ। We should plant more and more trees to save the forest। ਸਾਨੂੰ ਜੰਗਲਾਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ। 18th question, how do you use air in your day-to-day life? ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਹਵਾ ਕਿਵੇਂ ਵਰਤਦੇ ਹੋ? Air is very important to sustain life। ਜੀਵਨ ਨੂੰ ਕਾਇਮ ਰੱਖਣ ਦੇ ਲਈ ਹਵਾ ਬਹੁਤ ਜ਼ਰੂਰੀ ਹੈ। It is used in various ways, for example, respiration, photosynthesis, to maintain temperature, balance in our body, for recreational activities like flying kite, in agriculture, to remove husk from grains, to produce wind energy, for swimming, fire, and to balance temperature in environment। ਵੱਖ-ਵੱਖ ਤਰੀਕਿਆਂ ਦੇ ਨਾਲ ਇਹ ਵਰਤੀ ਜਾਂਦੀ ਹੈ ਜਿਵੇਂ ਸਾਹ ਲੈਣ ਦੇ ਲਈ, ਫੋਟੋਸਿੰਥੇਸਿਸ, ਸਰੀਰ ਦੇ ਵਿੱਚ ਤਾਪਮਾਨ ਸੰਤੁਲਿਤ ਰੱਖਣ ਦੇ ਲਈ, ਮਨੋਰੰਜਨ ਦੇ ਲਈ ਜਿਵੇਂ ਪਤੰਗ ਉਡਾਉਣਾ, ਖੇਤੀਬਾੜੀ ਦੇ ਵਿੱਚ, ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਹਸਕ ਹੁੰਦੇ ਆ
ਸੀਡਸ ਨੂੰ ਹਸਤ ਤੋਂ ਵੱਖ ਕਰਨ ਦੇ ਲਈ, ਛਾਣਦੇ ਆ ਨਾ ਉਹਨੂੰ ਵਿਨੋਇੰਗ ਕਹੀਦਾ, ਉਸ ਦੇ ਲਈ ਵੀ ਵਰਤਿਆ ਜਾਂਦਾ ਹੈ। ਟੂ ਪ੍ਰੋਡਿਊਸ ਵਿੰਡ એનર્ਜੀ, ਫॉर ਸਵਿਮਿੰਗ, ਤੈਰਨ ਦੇ ਲਈ, ਬਾਲਣ ਦੇ ਤੌਰ ਤੇ, ਬਾਲਣ ਚਲਾਉਣ ਦੇ ਲਈ ਵੀ ਹਵਾ ਦੀ ਲੋੜ ਹੁੰਦੀ ਹੈ, ਤੇ ਨਾਲ ਦੀ ਨਾਲ ਕੁਦਰਤ ਦੇ ਵਿੱਚ ਵੀ ਸੰਤੁਲਨ ਬਣਾਈ ਰੱਖਣ ਦੇ ਲਈ ਹਵਾ ਦੀ ਲੋੜ ਹੁੰਦੀ ਹੈ। 19th question, which gas is used and which gas is released in the atmosphere when fuel is burnt in scooters, cars, trucks, etc. ਕਿਹੜੀ ਗੈਸ ਅਸੀਂ ਇਸਤੇਮਾਲ ਕਰੀਦੀ ਹੈ ਤੇ ਕਿਹੜੀ ਗੈਸ ਨਿਕਲਦੀ ਹੈ ਜਦ ਆਪਾਂ ਵਾਹਨ ਇਸਤੇਮਾਲ ਕਰਦੇ ਹਾਂ, ਜਿਵੇਂ ਸਕੂਟਰ, ਕਾਰ ਜਾਂ ਟਰੱਕ ਹੋ ਗਏ। Oxygen is used during burning and carbon dioxide is released after burning of fuel. ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਬਾਲਣ ਨੂੰ ਚਲਾਉਣ ਦੇ ਲਈ ਤੇ ਕਾਰਬਨ ਡਾਈਆਕਸਾਈਡ ਛੱਡੀ ਜਾਂਦੀ ਹੈ ਜਦ ਬਾਲਣ ਜਲ ਜਾਂਦਾ ਹੈ। 20th, list the causes of air pollution. ਹਵਾ ਦੇ ਪ੍ਰਦੂਸ਼ਣ ਦੇ ਕਾਰਨਾਂ ਦੀ ਸੂਚੀ ਬਣਾਓ। Causes of air pollution include, ਹਵਾ ਪ੍ਰਦੂਸ਼ਣ ਦੇ ਕਾਰਨਾਂ ਵਿੱਚ ਸ਼ਾਮਲ ਹੈਗੇ ਨੇ, ਸਭ ਤੋਂ ਪਹਿਲਾਂ ਇੰਡਸਟਰੀਅਲ ਐਮਿਸ਼ਨ, ਇੰਡਸਟਰੀਜ਼ ਜੋ ਧੂਆਂ ਛੱਡਦੀਆਂ ਨੇ, ਫਿਊਲ ਯੂਜ਼ਡ ਇਨ ਵਹੀਕਲਸ, ਵਾਹਨਾਂ ਵਿੱਚ ਵਰਤਿਆ ਜਾਣ ਵਾਲਾ ਬਾਲਣ, excessive use of fossil fuel ਤੇ fossil fuel ਦੀ ਜ਼ਿਆਦਾ ਵਰਤੋਂ ਹੋਣੀ, smoke coming from household activities, industries ਤੇ automobiles, ਘਰੇਲੂ ਗਤੀਵਿਧੀਆਂ ਤੋਂ ਜਿਹੜਾ ਧੂਆਂ ਨਿਕਲਦਾ ਹੈ, ਇੰਡਸਟਰੀਜ਼ ਤੋਂ ਨਿਕਲਦਾ ਹੈ, ਆਪਾਂ ਇੱਥੇ ਲਿਖਤਾ, ਤੇ ਵਾਹਨਾਂ ਤੋਂ ਜੋ ਨਿਕਲਦਾ ਹੈ, ਫਾਇਰ ਕ੍ਰੈਕਰਸ, ਪਟਾਕਿਆਂ ਕਰਕੇ, ਕੰਸਟਰਕਸ਼ਨ ਐਂਡ ਵੋਲਕੈਨੋਸ, ਜਦ ਆਪਾਂ ਬਿਲਡਿੰਗ ਬਣਾਉਂਦੇ ਆ ਉਹਦੇ ਕਰਕੇ ਵੀ ਪ੍ਰਦੂਸ਼ਣ ਹੁੰਦਾ ਹੈ, ਤੇ ਨਾਲ ਦੀ ਨਾਲ ਜਦ ਕੋਈ ਜਵਾਲਾਮੁਖੀ ਫਟਦਾ ਹੈ ਉਹਦੇ ਕਰਕੇ ਵੀ 에ਅਰ ਪੋਲਿਊਸ਼ਨ ਹੁੰਦਾ ਹੈ। ਓਪਨ ਬਰਨਿੰਗ ਆਫ ਵੇਸਟ ਰਿਮੇਨਸ ਆਫ ਕ੍ਰੌਪਸ, ਤੇ ਨਾਲ ਦੀ ਨਾਲ ਫਸਲਾਂ ਦਾ ਜਿਹੜਾ ਰਹਿੰਦਾ ਸਮਾਨ ਹੁੰਦਾ ਜਦ ਆਪਾਂ ਉਹਨੂੰ ਵੀ ਬਾਲ ਦਿੰਦੇ ਆ ਤਾਂ ਵੀ 에ਅਰ ਪੋਲਿਊਸ਼ਨ ਹੁੰਦਾ ਹੈ। ਅੱਗੇ ਹੈ ਕੁਐਸਚਨ 21, what steps would you take to save the air from pollution? ਤੁਸੀਂ ਕੀ ਕਦਮ ਚੁੱਕੋਗੇ ਜੇ ਤੁਸੀਂ ਹਵਾ ਪ੍ਰਦੂਸ਼ਣ ਘੱਟ ਕਰਾਣਾ ਹੈ। Following steps can be taken to control air pollution. ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਆਪਾਂ ਇਹ ਕਦਮ ਚੁੱਕ ਸਕਦੇ ਹਾਂ। ਪਹਿਲਾ, promote the use of public transport and reduce the use of private cars and other vehicles. ਸਾਨੂੰ ਕਿਤੇ ਵੀ ਜਾਣਾ ਹੋਏ ਆਪਣੀ ਨਿੱਜੀ ਕਾਰਾਂ ਜਾਂ ਵਹੀਕਲਸ ਦੇ ਥਾਂ ਤੇ ਆਪਾਂ ਬੱਸਾਂ ਇਸਤੇਮਾਲ ਕਰ ਸਕਦੇ ਹਾਂ ਜੋ ਸਾਰਿਆਂ ਲਈ ਚੱਲਦੀਆਂ ਨੇ। Say no to plastic. ਪਲਾਸਟਿਕ ਨੂੰ ਨਾ ਕਰਨੀ ਚਾਹੀਦੀ ਹੈ, ਉਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। Support recycle and reuse policy. ਜਿਹੜੀ ਆਪਾਂ ਚੀਜ਼ ਮੁੜ ਕੇ ਵਰਤ ਸਕਦੇ ਆ ਉਹ ਵਾਲੀ ਪਾਲਿਸੀ ਅਪਣਾਣੀ ਚਾਹੀਦੀ ਹੈ। Chimneys to have inbuilt filters. ਜਿੱਥੋਂ ਬਾਹਰ ਧੂਆਂ ਨਿਕਲਦਾ ਹੈ ਉਹਦੇ ਵਿੱਚ ਫਿਲਟਰ ਹੋਣਾ ਚਾਹੀਦਾ ਹੈ ਤਾਂ ਜੋ ਬਾਹਰ ਸਾਰਾ ਗੰਦ ਹਵਾ ਦੇ ਵਿੱਚ ਨਾ ਨਿਕਲੇ। Discourage the use of firecrackers. ਪਟਾਕਿਆਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ, ਮਨਾਹੀ ਹੋਣੀ ਚਾਹੀਦੀ ਹੈ ਉਹਦੇ ਤੇ। Regulate forest fire and smoke. ਧੂਆਂ ਤੇ ਜੰਗਲਾਂ ਦੇ ਵਿੱਚ ਜਦ ਅੱਗ ਲੱਗਦੀ ਹੈ ਉਹਨੂੰ ਵੀ ਕੰਟਰੋਲ ਕਰਨਾ ਚਾਹੀਦਾ ਹੈ। Switch off the vehicle when not in use, especially at red lights. ਤੇ ਨਾਲ ਦੀ ਨਾਲ ਜਦ ਆਪਾਂ ਵਾਹਨ ਇਸਤੇਮਾਲ ਨਹੀਂ ਕਰ ਰਹੇ ਹਾਂ ਤਾਂ ਉਹਨੂੰ ਬੰਦ ਕਰ ਦੇਣਾ ਚਾਹੀਦਾ ਹੈ, ਖਾਸ ਤੌਰ ਤੇ ਲਾਲ ਬੱਤੀ ਤੇ। Discover new ways to deal with waste and not burn garbage and remains of crops in the open. ਸਾਨੂੰ ਰਹਿੰਦੀ ਹੋਈ ਫਸਲਾਂ ਦਾ ਜਿਹੜਾ ਸਮਾਨ ਹੁੰਦਾ ਹੈ ਜਾਂ ਫਿਰ ਕੂੜਾ ਉਹ ਖੁੱਲੇ ਵਿੱਚ ਨਹੀਂ ਬਾਲਣਾ ਚਾਹੀਦਾ, ਸਗੋਂ ਹੋਰ ਚੀਜ਼ਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਜਿਹਦੇ ਨਾਲ ਉਹਨੂੰ ਸਹੀ ਤਰੀਕੇ ਦੇ ਨਾਲ ਸਿੱਟਿਆ ਜਾ ਸਕੇ। Spread awareness. ਜਾਗਰੂਕਤਾ ਫੈਲਾਈ ਜਾ ਸਕਦੀ ਹੈ। Promote the use of fans in place of air conditioners. AC ਦੀ ਥਾਂ ਤੇ ਆਪਾਂ ਪੱਖਿਆਂ ਦੀ ਮੁੜ ਵਾਪਸ ਵਰਤੋਂ ਕਰ ਸਕਦੇ ਹਾਂ। Minimize the use of products with chemicals and use their alternatives. ਜਿਨ੍ਹਾਂ ਵਿੱਚ ਰਸਾਇਣ ਹੁੰਦੇ ਨੇ ਉਹਨਾਂ ਦਾ ਉਪਯੋਗ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਤੇ ਉਹਨਾਂ ਦੀ ਥਾਂ ਤੇ ਹੋਰ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ। Promote afforestation because trees regulate the temperature and benefit the environment. ਸਾਨੂੰ ਹੋਰ ਤੋਂ ਹੋਰ ਵੱਧ ਤੋਂ ਵੱਧ ਰੁੱਖ ਲਾਣੇ ਚਾਹੀਦੇ ਕਿਉਂਕਿ ਇਹ ਵਾਤਾਵਰਣ ਨੂੰ ਲਾਭ ਦਿੰਦੇ ਨੇ ਤੇ ਨਾਲ ਦੀ ਨਾਲ ਜਿਹੜਾ ਤਾਪਮਾਨ ਹੈ ਉਹਨੂੰ ਵੀ ਨਿਯੰਤਰਣ ਦੇ ਵਿੱਚ ਰੱਖਦੇ ਨੇ। ਤੇ ਇਹ ਸੀ ਬੱਚਿਓ ਅੱਜ ਦਾ ਚੈਪਟਰ, ਅੱਜ ਦੀ ਕਲਾਸ, ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਬਹੁਤ ਕੁਝ ਨਵਾਂ ਸਿੱਖਿਆ ਹੋਵੇਗਾ। So take care till we meet next. Bye bye.